ਹੈਲੋ, ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ 'ਤੇ। ਅੱਜ ਆਪਾਂ ਤੁਹਾਡੇ ਲਈ SST ਮਾਸਟਰ ਕਿਟ ਦਾ ਇੱਕ ਨਵਾਂ ਸੈਸ਼ਨ ਲੈ ਕੇ ਹਾਜ਼ਰ ਹੋਏ ਹਾਂ। ਇਸ ਕਲਾਸ ਦੇ ਵਿੱਚ ਆਪਾਂ ਸਲੇਵ ਡਾਇਨੈਸਟੀ ਯਾਨੀ ਕਿ ਗੁਲਾਮ ਵੰਸ਼ ਬਾਰੇ ਇੱਕ ਫੈਕਟ ਪੂਰੇ ਡਿਟੇਲ ਦੇ ਵਿੱਚ ਕਵਰ ਕਰਾਂਗੇ। ਤਾਂ ਸੈਸ਼ਨ ਨੂੰ ਲਾਸਟ ਤੱਕ ਦੇਖਿਓ, ਇੱਕ ਵੀ ਫੈਕਟ ਤੁਹਾਡੇ ਮਿਸ ਕਰਨ ਵਾਲਾ ਨਹੀਂ ਹੈ। ਇਸ ਤੋਂ ਪਹਿਲਾਂ ਆਪਣੇ SST ਮਾਸਟਰ ਕਿਟ ਦੇ ਕਈ ਸੈਸ਼ਨ ਆਲਰੇਡੀ ਅਪਲੋਡ ਹੋ ਚੁੱਕੇ ਨੇ, ਜਿਨ੍ਹਾਂ ਦੇ ਵਿੱਚ ਆਪਾਂ ਸਟੈਪ ਬਾਏ ਸਟੈਪ ਹੈ ਜਿਹੜੀ ਉਹ ਹਿਸਟਰੀ ਕਵਰ ਕਰਦੇ ਆ ਰਹੇ ਹਾਂ। ਤਾਂ ਜੇਕਰ ਤੁਸੀਂ ਉਹ ਸੈਸ਼ਨ ਦੇਖਣਾ ਚਾਹੁੰਦੇ ਹੋ ਤਾਂ ਮੈਂ ਉਹਨਾਂ ਦਾ ਲਿੰਕ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੇਣਾ, ਤੁਸੀਂ ਜਾ ਕੇ ਦੇਖ ਲੈਣਾ। ਅਦਰਵਾਈਜ਼ ਤੁਸੀਂ ਆਪਣੇ ਚੈਨਲ 'ਤੇ ਵਿਜ਼ਿਟ ਕਰੋ, ਪਲੇਲਿਸਟ ਦੇ ਵਿੱਚ ਜਾਓ, ਉੱਥੇ ਤੁਹਾਨੂੰ ਆਲ ਸਬਜੈਕਟਸ ਦੀਆਂ ਵੀਡੀਓਜ਼ ਸੀਰੀਜ਼ ਵਾਈਜ਼ ਲੱਗੀਆਂ ਮਿਲ ਜਾਣਗੀਆਂ, ਜਾ ਕੇ ਦੇਖ ਸਕਦੇ ਹੋ ਅਤੇ ਆਪਣੀ ਤਿਆਰੀ ਵਧੀਆ ਤਰੀਕੇ ਨਾਲ ਕਰ ਸਕਦੇ ਹੋ। ਜੇਕਰ ਤੁਸੀਂ ਇਹ ਚਾਹੁੰਦੇ ਹੋ ਕਿ ਮੇਰੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚਦੇ ਰਹਿਣ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਬੈਲ ਆਈਕਨ 'ਤੇ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੇ ਰਹਿਣ ਅਤੇ ਤੁਹਾਡੀ ਤਿਆਰੀ ਵਧੀਆ ਤਰੀਕੇ ਨਾਲ ਚੱਲਦੀ ਰਹੇ। ਅੱਜ ਦਾ ਜੋ ਆਪਣਾ ਸੈਸ਼ਨ ਹੈ, ਇਸ ਸੈਸ਼ਨ ਦੇ ਵਿੱਚ ਆਪਾਂ ਸਲੇਵ ਡਾਇਨੈਸਟੀ ਯਾਨੀ ਕਿ ਗੁਲਾਮ ਵੰਸ਼ ਬਾਰੇ ਇੱਕ ਫੈਕਟ ਪੂਰੇ ਡਿਟੇਲ ਦੇ ਵਿੱਚ ਕਵਰ ਕਰਾਂਗੇ। ਤਾਂ ਸੈਸ਼ਨ ਨੂੰ ਲਾਸਟ ਤੱਕ ਜ਼ਰੂਰ ਦੇਖਿਓ, ਕਿਉਂਕਿ ਇਹਨਾਂ ਦੇ ਵਿੱਚੋਂ ਕੋਈ ਵੀ ਕੁਐਸਚਨ ਤੁਹਾਨੂੰ ਡਾਇਰੈਕਟ ਪੇਪਰ ਦੇ ਵਿੱਚ ਦੇਖਣ ਨੂੰ ਮਿਲ ਸਕਦਾ। ਤਾਂ ਸਟਾਰਟ ਕਰਦੇ ਹਾਂ ਆਪਣਾ ਅੱਜ ਦਾ ਸੈਸ਼ਨ ਅੱਜ ਦੀ ਪਹਿਲੀ ਸਲਾਈਡ ਦੇ ਨਾਲ। ਅੱਜ ਦੇ ਸੈਸ਼ਨ ਦੇ ਵਿੱਚ ਆਪਾਂ ਗੁਲਾਮ ਵੰਸ਼ ਬਾਰੇ ਯਾਨੀ ਕਿ ਸਲੇਵ ਡਾਇਨੈਸਟੀ ਬਾਰੇ ਪੜ੍ਹਾਂਗੇ, ਠੀਕ ਹੈ ਜੀ। ਤਾਂ ਜਿਹੜਾ ਇਹਦਾ ਸਲੇਵ ਡਾਇਨੈਸਟੀ ਦਾ ਟਾਈਮ ਪੀਰੀਅਡ ਹੈ ਉਹ ਤੁਹਾਨੂੰ ਪਤਾ ਹੋਣਾ ਚਾਹੀਦਾ, 1206 ਤੋਂ ਲੈ ਕੇ 1290 ਤੱਕ ਹੈ। ਇਹ ਜਿਹੜੀਆਂ ਆਪਾਂ ਡਾਇਨੈਸਟੀਜ਼ ਪੜ੍ਹਾਂਗੇ, ਜਿਹੜੀਆਂ ਦਿੱਲੀ ਦੇ ਉੱਤੇ ਜਿਨ੍ਹਾਂ ਨੇ ਰਾਜ ਕੀਤਾ, ਤਾਂ ਉਹ ਸਿਰਫ ਡਾਇਨੈਸਟੀ ਦਾ ਤੁਹਾਨੂੰ ਜਿਹੜਾ ਟਾਈਮ ਪੀਰੀਅਡ ਹੈ ਉਹ ਪਤਾ ਹੋਣਾ ਚਾਹੀਦਾ। ਇੱਥੋਂ ਵੀ ਕੁਐਸਚਨ ਬਣਨ ਦੇ ਵੈਸੇ ਤਾਂ ਬਹੁਤ ਘੱਟ ਚਾਂਸ ਹੁੰਦੇ ਨੇ, ਟਾਈਮ ਪੀਰੀਅਡ ਤੁਹਾਨੂੰ ਡਾਇਨੈਸਟੀ ਦਾ ਵੀ ਬਹੁਤ ਘੱਟ ਪੁੱਛਦੇ ਨੇ, ਬਟ ਜੇ ਤੁਹਾਨੂੰ ਪੁੱਛਿਆ ਤਾਂ ਉਹ ਜ਼ਿਆਦਾਤਰ ਤੁਹਾਨੂੰ ਡਾਇਨੈਸਟੀ ਦਾ ਟਾਈਮ ਪੀਰੀਅਡ ਹੀ ਪੁੱਛ ਸਕਦੇ ਨੇ, ਅਤੇ ਤੁਹਾਨੂੰ ਕਿੰਗ ਦਾ ਟਾਈਮ ਪੀਰੀਅਡ ਨਹੀਂ ਪੁੱਛਣਗੇ। ਇੱਥੋਂ ਗੁਲਾਮ ਵੰਸ਼ ਦੇ ਵਿੱਚੋਂ ਕਦੇ ਵੀ ਕੁਐਸਚਨ ਇੱਥੋਂ ਨਹੀਂ ਆਇਆ ਕਿ ਤੁਹਾਨੂੰ ਕਿੰਗ ਦਾ ਜਿਹੜਾ ਉਹ ਟਾਈਮ ਪੀਰੀਅਡ ਪੁੱਛ ਲੈਣ। ਤਾਂ ਡਾਇਨੈਸਟੀ ਦਾ ਤੁਹਾਨੂੰ ਜ਼ਰੂਰ ਪਤਾ ਹੋਣਾ ਚਾਹੀਦਾ, ਠੀਕ ਹੈ ਜੀ। ਤਾਂ ਟੋਟਲ ਜਿਹੜਾ ਆਪਾਂ ਦੇਖਦੇ ਹਾਂ ਕਿ ਇਹਨਾਂ ਨੇ 1200 ਤੋਂ ਲੈ ਕੇ 1526 ਤੱਕ ਇਹਨਾਂ ਨੇ ਜਿਹੜਾ ਉਹ ਰਾਜ ਕੀਤਾ, ਅਲੱਗ-ਅਲੱਗ ਡਾਇਨੈਸਟੀਜ਼ ਨੇ, ਠੀਕ ਹੈ ਜੀ। ਤਾਂ ਜਿਹੜੀ ਲਾਸਟ ਵੰਸ਼ ਸੀ ਆਪਣਾ, ਉਹ ਸੀਗਾ ਆਪਣਾ ਲੋਧੀ ਵੰਸ਼। ਲੋਧੀ ਵੰਸ਼ ਦਾ ਜਿਹੜਾ ਲਾਸਟ ਰਾਜਾ ਸੀਗਾ ਇਬਰਾਹਿਮ ਲੋਧੀ। ਤਾਂ ਬਾਬਰ ਨੇ ਉਹਨੂੰ ਹਰਾਇਆ ਸੀ 1526 ਦੇ ਵਿੱਚ ਪਾਣੀਪਤ ਦੀ ਲੜਾਈ ਦੇ ਵਿੱਚ। ਤਾਂ 1526 ਤੋਂ ਬਾਅਦ ਹੈ ਜਿਹੜਾ ਉਹ ਆਪਣਾ ਮੁਗਲੀਆ ਸਲਤਨਤ ਦੀ ਸਥਾਪਨਾ ਹੋ ਗਈ ਸੀ, ਠੀਕ ਹੈ ਜੀ। ਤਾਂ ਇਹ ਤੁਸੀਂ ਯਾਦ ਰੱਖਣਾ। ਤਾਂ ਇੱਥੋਂ ਆਪਾਂ ਸਟਾਰਟ ਕਰਦੇ ਹਾਂ, ਸਟੈਪ ਬਾਏ ਸਟੈਪ ਆਪਾਂ ਅੱਗੇ ਵੱਧਦੇ ਜਾ ਰਹੇ ਹਾਂ। ਆਪਾਂ ਜਿਹੜਾ ਐਂਸ਼ੀਅੰਟ ਹਿਸਟਰੀ ਤੋਂ ਆਪਾਂ ਚੱਲੇ ਹਾਂ, ਇੰਡਸ ਵੈਲੀ ਸਿਵਲਾਈਜੇਸ਼ਨ ਤੋਂ ਆਪਾਂ ਸਟਾਰਟ ਕੀਤਾ, ਅਤੇ ਸਟੈਪ ਬਾਏ ਸਟੈਪ ਆਪਾਂ ਅੱਗੇ ਵੱਧਦੇ ਆ ਰਹੇ ਹਾਂ। ਤਾਂ ਪ੍ਰੀਵੀਅਸ ਜਿੰਨੇ ਵੀ ਆਪਣੇ ਸੈਸ਼ਨ ਹੈ ਉਹ ਤੁਸੀਂ ਜ਼ਰੂਰ ਅਟੈਂਡ ਕਰਿਓ, ਜੇ ਤੁਸੀਂ ਆਪਣਾ ਕਨਸੈਪਟ ਹੈ ਜਿਹੜਾ ਉਹ ਵਧੀਆ ਤਰੀਕੇ ਨਾਲ ਕਲੀਅਰ ਕਰਨਾ, ਠੀਕ ਹੈ ਜੀ। ਤਾਂ ਅੱਜ ਆਪਾਂ ਪੜ੍ਹਾਂਗੇ ਗੁਲਾਮ ਵੰਸ਼ ਦੇ ਬਾਰੇ। ਇਸ ਤੋਂ ਪਹਿਲਾਂ ਜਿਹੜਾ ਆਪਾਂ ਪੜ੍ਹ ਕੇ ਆਏ ਹਾਂ, ਕਮਿੰਗ ਆਫ ਮੁਸਲਿਮਸ ਪੜ੍ਹ ਕੇ ਆਏ ਹਾਂ। ਤਾਂ ਲਾਸਟ ਜਿਹੜਾ ਆਪਣੇ ਮੁਸਲਿਮਸ ਆਇਆ ਸੀ ਉਹਦਾ ਨਾਮ ਸੀ ਮੁਹੰਮਦ ਗੌਰੀ, ਠੀਕ ਹੈ ਜੀ। ਤਾਂ ਉਹ ਤੁਹਾਨੂੰ ਪਤਾ ਹੋਣਾ ਚਾਹੀਦਾ, ਮੁਹੰਮਦ ਗੌਰੀ ਆਇਆ ਸੀ ਆਪਣੇ। ਤਾਂ ਮੁਹੰਮਦ ਗੌਰੀ ਦੇ ਨਾਲ ਇੱਕ ਬੰਦਾ ਆਇਆ ਸੀ ਕੁਤਬੁਦੀਨ ਐਬਕ, ਠੀਕ ਹੈ ਜੀ। ਕੁਤਬੁਦੀਨ ਐਬਕ ਕਿਹਦੇ ਨਾਲ ਆਇਆ ਸੀ? ਮੁਹੰਮਦ ਗੌਰੀ ਦੇ ਨਾਲ। ਤਾਂ ਮੁਹੰਮਦ ਗੌਰੀ ਦੇ ਨਾਲ ਇਹ ਆਇਆ ਸੀ ਬੰਦਾ ਕੁਤਬੁਦੀਨ ਐਬਕ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਤਾਂ ਇਹ ਕੌਣ ਸੀ? ਇਹ ਮੁਹੰਮਦ ਗੌਰੀ ਦਾ ਕੀ ਸੀ? ਗੁਲਾਮ ਸੀ, ਯਾਨੀ ਕਿ ਸਲੇਵ ਸੀ, ਠੀਕ ਹੈ ਜੀ। ਤਾਂ ਇਹ ਬੰਦਾ ਖੁਦ ਹੀ ਇੱਕ ਸਲੇਵ ਸੀ, ਤਾਂ ਕਰਕੇ ਇਹਨੇ ਜਿਹੜੀ ਆਪਣੀ ਡਾਇਨੈਸਟੀ ਦਾ ਨਾਮ ਰੱਖਿਆ ਸਲੇਵ ਡਾਇਨੈਸਟੀ ਰੱਖਿਆ, ਠੀਕ ਹੈ ਜੀ। ਤੁਸੀਂ ਇਹ ਦੇਖੋ ਕਿ ਜਿਹੜਾ ਬੰਦਾ ਗੁਲਾਮ ਹੋਊਗਾ ਉਹਦੀ ਜਿਹੜੀ ਆਪਦੀ ਫੀਲਿੰਗ ਕੀ ਹੋਊਗੀ, ਠੀਕ ਹੈ ਜੀ। ਉਹਦੀ ਰਾਜਾ ਬਣਨ ਦੀ ਫੀਲਿੰਗ ਕਦੇ ਵੀ ਨਹੀਂ ਹੋਊ, ਉਹ ਹਮੇਸ਼ਾ ਹੀ ਗੁਲਾਮ ਰਹੂਗਾ। ਤਾਂ ਕਰਕੇ ਜਿਹੜਾ ਇਹ ਬੰਦੇ ਨੇ ਜਦੋਂ ਇਹ ਦਿੱਲੀ ਦੇ ਥਰੋਨ 'ਤੇ ਆ ਕੇ ਬੈਠਿਆ ਮੁਹੰਮਦ ਗੌਰੀ ਦੀ ਡੈਥ ਤੋਂ ਬਾਅਦ, ਠੀਕ ਹੈ ਜੀ। ਤਾਂ ਇਹ ਬੰਦਾ ਸਭ ਤੋਂ ਪਹਿਲਾ ਜਿਹੜਾ ਆਪਾਂ ਕਹਿ ਦਿੰਦੇ ਹਾਂ ਕਿੰਗ ਹੈਗਾ, ਜਿਹੜਾ ਦਿੱਲੀ ਦੇ ਥਰੋਨ 'ਤੇ ਬੈਠਣ ਵਾਲਾ। ਤਾਂ ਇਹ ਜਦੋਂ ਬੈਠਿਆ ਤਾਂ ਇਹਨੇ ਆਪਣੇ ਇੱਕ ਵੰਸ਼ ਦੀ ਸਥਾਪਨਾ ਕੀਤੀ ਜਿਹਦਾ ਨਾਮ ਸੀ ਗੁਲਾਮ ਵੰਸ਼, ਠੀਕ ਹੈ ਜੀ। ਤਾਂ ਗੁਲਾਮ ਵੰਸ਼ ਦਾ ਜਿਹੜਾ ਟਾਈਮ ਪੀਰੀਅਡ ਹੈ 1206 ਤੋਂ 1290 ਹੈ। ਫਰਦਰ ਇਹਦੇ ਅੱਗੇ ਕਿੰਗ ਆਉਣਗੇ, ਠੀਕ ਹੈ ਜੀ, ਉਹਨਾਂ ਬਾਰੇ ਵੀ ਆਪਾਂ ਪੜ੍ਹਾਂਗੇ। ਤਾਂ ਤੁਹਾਨੂੰ ਫਾਊਂਡਰ ਪੁੱਛਣਗੇ ਕਿ ਸਲੇਵ ਡਾਇਨੈਸਟੀ ਦਾ ਫਾਊਂਡਰ ਕੌਣ ਹੈ, ਤਾਂ ਉਹ ਹੈ ਕੁਤਬੁਦੀਨ ਐਬਕ। ਬਟ ਜੇ ਤੁਹਾਨੂੰ ਇਹ ਕੁਐਸਚਨ ਆਵੇ ਕਿ ਦਿੱਲੀ ਦਾ ਪਹਿਲਾ ਸੁਲਤਾਨ ਕੌਣ ਸੀ, ਤਾਂ ਦਿੱਲੀ ਦਾ ਪਹਿਲਾ ਸੁਲਤਾਨ ਤੁਸੀਂ ਇਹ 'ਤੇ ਟਿਕ ਕਦੇ ਵੀ ਨਾ ਲਗਾਇਓ, ਠੀਕ ਹੈ ਜੀ। ਕੁਤਬੁਦੀਨ ਐਬਕ ਕਦੇ ਵੀ ਦਿੱਲੀ ਦਾ ਫਸਟ ਸੁਲਤਾਨ ਨਹੀਂ ਸੀ, ਕਿਉਂਕਿ ਇਹ ਬੰਦਾ ਕੌਣ ਸੀ? ਇਹ ਸਲੇਵ ਸੀ, ਖੁਦ ਇੱਕ ਸਲੇਵ ਸੀ। ਤੁਸੀਂ ਇਹ ਦੇਖੋ ਕਿ ਜਿਹੜਾ ਬੰਦਾ ਸਲੇਵ ਰਿਹਾ ਹੋਊਗਾ, ਠੀਕ ਹੈ ਜੀ, ਤਾਂ ਉਹ ਸਲੇਵ ਦੇ ਵਿੱਚ ਕਦੇ ਵੀ ਕਿੰਗ ਵਾਲੀ ਫੀਲਿੰਗ ਨਹੀਂ ਆਊਗੀ। ਤਾਂ ਕਰਕੇ ਇਹ ਬੰਦੇ ਨੇ ਐਕਸੈਪਟ ਹੀ ਨਹੀਂ ਕੀਤਾ ਜਿਹੜਾ ਆਪਣਾ ਸੁਲਤਾਨ ਦਾ ਟਾਈਟਲ ਸੀ। ਤਾਂ ਫਸਟ ਸੁਲਤਾਨ ਜਿਹੜਾ ਆਪਾਂ ਮੰਨਦੇ ਹਾਂ ਉਹ ਆਪਾਂ ਇਲਤੁਤਮਿਸ਼ ਨੂੰ ਮੰਨਦੇ ਹਾਂ, ਕਿਉਂਕਿ ਉਹ ਬੰਦੇ ਨੇ ਜਿਹੜਾ ਸੁਲਤਾਨ ਦਾ ਟਾਈਟਲ ਆ ਜਿਹੜਾ ਉਹ ਐਕਸੈਪਟ ਕੀਤਾ ਸੀ। ਪਰ ਕੁਤਬੁਦੀਨ ਐਬਕ ਨੇ ਸੁਲਤਾਨ ਦਾ ਟਾਈਟਲ ਐਕਸੈਪਟ ਨਹੀਂ ਕੀਤਾ ਸੀ। ਇਹ ਯਾਦ ਰੱਖਿਓ, ਇਹ ਕੁਐਸਚਨ ਬਹੁਤ ਵਾਰ ਆਉਂਦਾ ਹੁੰਦਾ। ਤਾਂ ਜੇ ਤੁਹਾਨੂੰ ਇਹ ਪੁੱਛੇ ਕਿ ਡਾਇਨੈਸਟੀ ਕਿਹੜੀ ਸਭ ਤੋਂ ਪਹਿਲਾਂ ਆਈ, ਤਾਂ ਉਹ ਆਈ ਸਲੇਵ ਡਾਇਨੈਸਟੀ। ਸਲੇਵ ਡਾਇਨੈਸਟੀ ਦਾ ਫਾਊਂਡਰ ਤੁਹਾਨੂੰ ਪੁੱਛ ਸਕਦਾ, ਠੀਕ ਹੈ ਜੀ। ਤਾਂ ਦਿੱਲੀ ਦੇ ਉੱਤੇ ਬੈਠਣ ਵਾਲਾ ਪਹਿਲਾ ਬੰਦਾ ਕੌਣ ਸੀ? ਸੁਲਤਾਨ ਜੇ ਨਾਂ ਲਿਖਿਆ ਹੋਵੇ ਤਾਂ ਕੁਤਬੁਦੀਨ ਐਬਕ ਆਊਗਾ। ਪਹਿਲਾ ਮੁਸਲਿਮ ਕੌਣ ਸੀ ਦਿੱਲੀ ਦੇ ਉੱਤੇ ਬੈਠਣ ਵਾਲਾ ਤਖਤ ਦੇ ਉੱਤੇ? ਤਾਂ ਉਹ ਸੀਗਾ ਕੁਤਬੁਦੀਨ ਐਬਕ। ਜੇ ਤੁਹਾਨੂੰ ਇਹ ਪੁੱਛੇ ਕਿ ਦਿੱਲੀ ਦਾ ਪਹਿਲਾ ਸੁਲਤਾਨ ਕੌਣ ਸੀ,
ਤਾਂ ਉਹ ਸੀਗਾ ਇਲਤੁਤਮਿਸ਼, ਰੀਅਲ ਸੁਲਤਾਨ ਉਹਨੂੰ ਮੰਨਿਆ ਜਾਂਦਾ। ਤਾਂ ਇਹ ਸਿਰਫ ਇੱਕ ਸਲੇਵ ਸੀ, ਠੀਕ ਹੈ ਜੀ। ਇਹਦੇ ਅੰਦਰ ਉਹੀ ਫੀਲਿੰਗ ਸੀ ਪੁਰਾਣੀ ਮਤਲਬ ਸਲੇਵ ਵਾਲੀ, ਤਾਂ ਕਰਕੇ ਇਹਨੇ ਜਿਹੜੀ ਆਪਣੀ ਡਾਇਨੈਸਟੀ ਬਣਾਈ, ਇਹਨੇ ਆਪਣਾ ਜਿਹੜਾ ਵੰਸ਼ ਬਣਾਇਆ ਉਹਦਾ ਨਾਮ ਵੀ ਸਲੇਵ ਡਾਇਨੈਸਟੀ ਰੱਖਤਾ, ਠੀਕ ਹੈ ਜੀ। ਤਾਂ ਇਹ ਤੁਸੀਂ ਯਾਦ ਰੱਖਣਾ। ਤਾਂ ਇਹਦੇ ਬਾਰੇ ਆਪਾਂ ਪੜ੍ਹਾਂਗੇ ਕੁਤਬਦੀਨ ਐਬਕ ਦੇ ਬਾਰੇ। ਸਭ ਤੋਂ ਪਹਿਲਾਂ ਤਾਂ ਇਹ ਮੁਹੰਮਦ ਗੌਰੀ ਦਾ ਸਲੇਬ ਸੀ, ਠੀਕ ਹੈ ਜੀ। ਮੁਹੰਮਦ ਗੌਰੀ ਦੇ ਨਾਲ ਇਹ ਆਇਆ ਸੀ। ਮੁਹੰਮਦ ਗੌਰੀ ਖੁਦ ਇੱਕ ਪਲੰਡਰ ਕਰਕੇ ਗਿਆ ਸੀ, ਮਤਲਬ ਇੱਥੇ ਆਪਣੇ ਇੰਡੀਆ ਦੇ ਵਿੱਚ ਲੁੱਟ ਕੇ ਸਾਰਾ ਮਾਲ ਉਹ ਇੱਥੋਂ ਚੱਲ ਗਿਆ ਸੀ ਅਤੇ ਇਹਨੂੰ ਇੱਥੇ ਛੱਡ ਗਿਆ ਸੀ। ਤਾਂ ਦਿੱਲੀ ਦੇ ਉੱਤੇ ਇਹ ਬੰਦਾ ਬੈਠਾ ਅਤੇ ਇਹਨੇ ਸਲੇਵ ਡਾਇਨੈਸਟੀ ਦੀ ਸਥਾਪਨਾ ਕਰਤੀ 1206 ਦੇ ਵਿੱਚ। ਇਹ ਯਾਦ ਰੱਖਿਓ ਤੁਸੀਂ, ਬਹੁਤ ਇੰਪੋਰਟੈਂਟ ਕੁਐਸਚਨ ਹੈ, ਬਹੁਤ ਵਾਰ ਪੁੱਛਿਆ ਜਾਂਦਾ। ਤਾਂ ਇਹਨੂੰ ਮਮਲੂਕ ਡਾਇਨੈਸਟੀ ਵੀ ਕਿਹਾ ਜਾਂਦਾ। ਇਹ ਮੈਂ ਨੀਚੇ ਇੱਕ ਪੁਆਇੰਟ ਮੈਂਸ਼ਨ ਕੀਤਾ ਹੋਇਆ, ਆਲਸੋ ਨੋਨ ਐਜ਼ ਮਮਲੂਕ ਡਾਇਨੈਸਟੀ। ਕਈ ਵਾਰੀ ਆਪਾਂ ਨੂੰ ਕੁਐਸਚਨ ਦੇ ਵਿੱਚ ਸਲੇਵ ਡਾਇਨੈਸਟੀ ਨਾ ਪਾ ਕੇ ਉਹ ਮਮਲੂਕ ਡਾਇਨੈਸਟੀ ਪਾ ਦਿੰਦੇ ਨੇ, ਤਾਂ ਉੱਥੇ ਸਟੂਡੈਂਟ ਆ ਜਿਹੜੇ ਉਹ ਉਲਝ ਜਾਂਦੇ ਨੇ ਕਿ ਮਮਲੂਕ ਡਾਇਨੈਸਟੀ ਕਿਹਦਾ ਨਾਮ ਹੈ। ਤਾਂ ਸਲੇਵ ਡਾਇਨੈਸਟੀ ਦਾ ਦੂਸਰਾ ਨਾਮ ਕੀ ਹੈ? ਮਮਲੂਕ ਡਾਇਨੈਸਟੀ ਹੈ। ਯਾਦ ਰੱਖਿਓ, ਬਹੁਤ ਵਾਰ ਕੁਐਸਚਨ ਆਉਂਦਾ ਹੁੰਦਾ, ਠੀਕ ਹੈ ਜੀ। ਤਾਂ ਹੁਣ ਆਪਾਂ ਸਲੇਵ ਡਾਇਨੈਸਟੀ ਦੇ ਕਿੰਗ ਪੜ੍ਹਦੇ ਹਾਂ ਕਿ ਕਿਹੜੇ ਕਿਹੜੇ ਸੀ, ਇਹਨਾਂ ਬਾਰੇ ਤੁਹਾਨੂੰ ਕੁਐਸਚਨ ਆ ਸਕਦਾ। ਸਭ ਤੋਂ ਪਹਿਲਾਂ ਜਿਹੜਾ ਕਿੰਗ ਸੀ ਇਹ ਤਾਂ ਸੀਗਾ ਆਪਣਾ ਕੁਤਬਦੀਨ ਐਬਕ, ਜਿਹਦੇ ਬਾਰੇ ਆਪਾਂ ਜਾਣ ਕੇ ਆਏ ਹਾਂ। ਇਹਦੇ ਬਾਰੇ ਹਜੇ ਆਪਾਂ ਫਰਦਰ ਡਿਟੇਲ ਦੇ ਵਿੱਚ ਜਾਣਾਂਗੇ, ਠੀਕ ਹੈ ਜੀ। ਸਭ ਤੋਂ ਪਹਿਲਾਂ ਇਹਦਾ ਫਾਊਂਡਰ ਸੀ ਕੁਤਬਦੀਨ ਐਬਕ। ਇਸ ਤੋਂ ਬਾਅਦ ਜਿਹੜਾ ਗੱਦੀ ਦੇ ਉੱਤੇ ਬੈਠਿਆ ਉਹ ਬੈਠਿਆ ਇਲਤੁਤਮਿਸ਼, ਠੀਕ ਹੈ ਜੀ। ਤਾਂ ਇਲਤੁਤਮਿਸ਼ ਨੇ ਕੀ ਕਰਿਆ, ਇਹਨੇ ਚਾਲੀਸਾ ਬਣਾਤਾ ਸੀ ਇੱਕ। ਚਾਲੀਸਾ ਦਾ ਮਤਲਬ ਸੀ 40 ਬੰਦਿਆਂ ਦਾ ਇੱਕ ਸਮੂਹ। 40 ਬੰਦੇ ਉਹ ਕਿਹੜੇ ਸੀ? ਉਹ ਸਾਰੇ ਮੁਸਲਿਮ ਸੀਗੇ, ਜਿਹਨੂੰ ਆਪਾਂ ਨੋਬਲ ਕਹਿੰਦੇ ਹਾਂ, ਜਿਹੜੇ ਸਿਆਣੇ ਬੰਦੇ ਆਪਾਂ ਕਹਿ ਸਕਦੇ ਹਾਂ ਕਿ ਮਤਲਬ ਵੱਡੀ ਉਮਰ ਦੇ ਬੰਦੇ ਸੀ, 40 ਨੋਬਲ। ਤਾਂ ਉਹ ਇਹਨੇ ਸੈੱਟ ਕਰਤੇ ਸੀ ਕਿ ਹੁਣ ਤੁਸੀਂ ਮਤਲਬ ਅੱਗੇ ਇਹ 40 ਸਾਲ ਦੇ ਵਿੱਚੋਂ ਹੀ ਕਿੰਗ ਬਣੂ, ਜੋ ਵੀ ਬਣੂਗਾ। ਤਾਂ ਉਹ 40 ਸਾਲ ਦੇ ਵਿੱਚ ਆਪਸ ਦੇ ਵਿੱਚ ਹੀ ਝਗੜਾ ਹੁੰਦਾ ਰਹਿੰਦਾ ਸੀ, ਠੀਕ ਹੈ ਜੀ। ਉਹ ਇੱਕ ਦੂਸਰੇ ਨੂੰ ਮਾਰ ਕੇ ਗੱਦੀ 'ਤੇ ਬੈਠਣ ਲੱਗ ਗਏ ਸੀ। ਤਾਂ ਇਲਤੁਤਮਿਸ਼ ਸਭ ਤੋਂ ਪਹਿਲਾਂ ਤਾਂ ਜਿਹੜਾ ਗੱਦੀ 'ਤੇ ਬੈਠਦਾ ਉਹ ਬੈਠਦਾ ਕੁਤਬਦੀਨ ਐਬਕ, ਦੂਸਰਾ ਬੈਠਦਾ ਇਲਤੁਤਮਿਸ਼, ਠੀਕ ਹੈ ਜੀ। ਇਲਤੁਤਮਿਸ਼ ਦਾ ਦਮਾਦ ਸੀਗਾ, ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਿਓ। ਤੀਸਰਾ ਜਿਹੜਾ ਆਪਣਾ ਹੈਗਾ ਰੁਕਨੁਦੀਨ ਫਿਰੋਜ਼। ਰੁਕਨੁਦੀਨ ਫਿਰੋਜ਼ ਕੌਣ ਆ? ਇਹ ਰਜ਼ੀਆ ਸੁਲਤਾਨ ਦਾ ਬ੍ਰਦਰ ਹੈ, ਇਲਤੁਤਮਿਸ਼ ਦਾ ਬੇਟਾ ਇਹ। ਬਟ ਇਹ ਬੰਦਾ ਕੈਪੇਬਲ ਨਹੀਂ ਸੀ, ਵਧੀਆ ਮਤਲਬ ਰੂਲ ਕਰਨ ਦੇ ਕੈਪੇਬਲ ਨਹੀਂ ਸੀ, ਤਾਂ ਕਰਕੇ ਇਹ ਬੰਦਾ ਕੁਛ ਦਿਨ ਹੀ ਸੁਲਤਾਨ ਰਿਹਾ, ਠੀਕ ਹੈ ਜੀ। ਇਹਨੂੰ ਵੀ ਮਾਰ ਦਿੱਤਾ ਗਿਆ ਸੀਗਾ, ਮਤਲਬ 40 ਸਾਲ ਵੱਲੋਂ ਹੀ ਮਾਰ ਦਿੱਤਾ ਗਿਆ ਸੀ ਬਾਅਦ ਦੇ ਵਿੱਚ। ਸਭ ਤੋਂ ਪਹਿਲਾਂ ਕੁਤਬਦੀਨ ਐਬਕ, ਫਿਰ ਇਲਤੁਤਮਿਸ਼, ਫਿਰ ਰੁਕਨੁਦੀਨ ਫਿਰੋਜ਼, ਫਿਰ ਇਹਦੀ ਸਿਸਟਰ ਬਹਿੰਦੀ ਹੈ ਰਜ਼ੀਆ ਸੁਲਤਾਨ ਜਿਹੜੀ ਇਲਤੁਤਮਿਸ਼ ਦੀ ਬੇਟੀ ਹੈ। ਇਸ ਤੋਂ ਬਾਅਦ ਮੁਇਜ਼ੁਦੀਨ ਬਹਿਰਾਮ, ਅਲਾਉਦੀਨ ਮਸੂਦ, ਨਾਸਿਰੁਦੀਨ ਮਹਿਮੂਦ, ਗਿਆਸੁਦੀਨ ਬਲਬਨ, ਕੈਕੋਬਾਦ ਅਤੇ ਕੈਮੁਰਸ਼, ਠੀਕ ਹੈ ਜੀ। ਤਾਂ ਇਹ 10 ਬੰਦਿਆਂ ਦੀ ਇੱਕ ਡਾਇਨੈਸਟੀ ਹੈ। ਇਹ 10 ਕਿੰਗ ਆਉਣਗੇ ਜਿਹੜੇ ਕਿ ਗੱਦੀ ਦੇ ਉੱਤੇ ਬੈਠਣਗੇ। ਇਹਨਾਂ ਦੇ ਵਿੱਚੋਂ ਆਪਾਂ ਪੜ੍ਹਨਾ ਕਿਹਦੇ ਕਿਹਦੇ ਬਾਰੇ? ਇੱਕ ਤਾਂ ਆਪਾਂ ਕੁਤਬਦੀਨ ਐਬਕ ਬਾਰੇ ਪੜ੍ਹਨਾ, ਇਲਤੁਤਮਿਸ਼ ਬਾਰੇ ਪੜ੍ਹਨਾ, ਠੀਕ ਹੈ ਜੀ, ਰਜ਼ੀਆ ਸੁਲਤਾਨ ਬਾਰੇ ਪੜ੍ਹਨਾ ਅਤੇ ਗਿਆਸੁਦੀਨ ਬਲਬਨ ਬਾਰੇ ਪੜ੍ਹਨਾ। ਬਸ ਇਹ 4 ਕਿੰਗਸ ਦੇ ਬਾਰੇ ਆਪਾਂ ਨੂੰ ਪਤਾ ਹੋਣਾ ਚਾਹੀਦਾ। ਬਾਕੀ ਇਹਨਾਂ ਦੇ ਵਿੱਚੋਂ ਕਿਸੇ ਵੀ ਕਿੰਗ ਬਾਰੇ ਤੁਹਾਨੂੰ ਪੜ੍ਹਨ ਦੀ ਲੋੜ ਨਹੀਂ ਹੈਗੀ। ਕਿਉਂ ਨਹੀਂ ਹੈਗੀ? ਕਿਉਂਕਿ ਇਹ ਬੰਦੇ ਬਹੁਤ ਵੀਕ ਸੀਗੇ, ਵੀਕ ਰੂਲਰ ਸੀਗੇ। ਇਹਨਾਂ ਨੇ ਕੁਛ ਵੀ ਆਪਣੇ ਰਾਜ ਦੇ ਵਿੱਚ ਕੋਈ ਆਪਣੀ ਡਾਇਨੈਸਟੀ ਨੂੰ ਅੱਗੇ ਨਹੀਂ ਵਧਾਇਆ, ਠੀਕ ਹੈ ਜੀ। ਕੋਈ ਇਹਨਾਂ ਨੇ ਬਿਲਡਿੰਗ ਨਹੀਂ ਬਣਵਾਈ ਜਾਂ ਕੋਈ ਵੀ ਇਹਨਾਂ ਨੇ ਲੋਕਾਂ ਦੇ ਲਈ ਚੰਗਾ ਕੰਮ ਨਹੀਂ ਕੀਤਾ। ਤਾਂ ਕਰਕੇ ਇਹਨਾਂ ਦੇ ਵਿੱਚੋਂ ਪੜ੍ਹਨ ਦੀ ਤੁਹਾਨੂੰ ਕਿਤੋਂ ਵੀ ਤੁਹਾਨੂੰ ਕੁਐਸਚਨ ਕਦੇ ਨਾ ਅੱਜ ਤੱਕ ਆਇਆ ਅਤੇ ਨਾ ਹੀ ਅੱਗੇ ਆਊਗਾ, ਠੀਕ ਹੈ ਜੀ। ਬਟ ਇਹਨਾਂ ਬਾਰੇ ਪਤਾ ਜ਼ਰੂਰ ਹੋਣਾ ਚਾਹੀਦਾ ਕਿ ਡਾਇਨੈਸਟੀ ਦੇ ਵਿੱਚ ਕਿਹੜੇ ਕਿਹੜੇ ਮਤਲਬ ਰਾਜੇ ਸੀ, ਠੀਕ ਹੈ ਜੀ, ਤੁਹਾਨੂੰ ਪੁੱਛਿਆ ਜਾ ਸਕਦਾ। ਤਾਂ ਇਹ 10 ਰਾਜੇ ਸੀਗੇ ਆਪਣੀ ਸਲੇਵ ਡਾਇਨੈਸਟੀ ਦੇ ਵਿੱਚ। ਪੜ੍ਹਾਂਗੇ ਆਪਾਂ ਸਿਰਫ 4 ਬਾਰੇ, ਠੀਕ ਹੈ ਜੀ। ਤਾਂ ਇਹ ਜਿਹੜੇ ਆਪਣਾ ਤੁਸੀਂ ਇਹਨੂੰ ਨੋਟ ਕਰ ਲਿਓ ਕਿ ਜਿਹੜੀ ਸਲੇਵ ਡਾਇਨੈਸਟੀ ਦੇ ਕਿੰਗ ਕਿਹੜੇ ਕਿਹੜੇ ਸੀ, ਠੀਕ ਹੈ ਜੀ। ਤਾਂ ਇਹ 10 ਰਾਜੇ ਸੀ, ਤਾਂ ਇਹਦਾ ਤੁਸੀਂ ਸਕਰੀਨਸ਼ਾਟ ਲੈ ਲਿਓ, ਬੇਸ਼ੱਕ ਤੁਸੀਂ ਇਹਨੂੰ ਨੋਟ ਕਰ ਲਿਓ, ਠੀਕ ਹੈ ਜੀ। ਤਾਂ ਇਹਦੇ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ। ਤਾਂ ਹੁਣ ਆਪਾਂ ਪੜ੍ਹਦੇ ਹਾਂ ਇਹਦੇ ਫਾਊਂਡਰ ਦੇ ਬਾਰੇ, ਜਿਹਦਾ ਨਾਮ ਹੈ ਕੁਤਬਦੀਨ ਐਬਕ। ਸਭ ਤੋਂ ਪਹਿਲਾ ਜਿਹੜਾ ਕਿੰਗ ਹੈ ਉਹ ਹੈ ਕੁਤਬਦੀਨ ਐਬਕ, ਠੀਕ ਹੈ ਜੀ। ਤਾਂ ਇਹਦੇ ਬਾਰੇ ਮੈਂ ਇੱਥੇ ਮੈਂਸ਼ਨ ਵੀ ਕੀਤਾ ਹੋਇਆ, ਨਾਟ ਅ ਫਸਟ ਸੁਲਤਾਨ ਆਫ ਦਿੱਲੀ। ਇਹ ਮੈਂ ਕਿਉਂ ਕਿਹਾ ਹੋਇਆ, ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਆਇਆ ਕਿ ਇਹ ਬੰਦਾ ਪਹਿਲਾ ਸੁਲਤਾਨ ਨਹੀਂ ਸੀ। ਜੇ ਤੁਹਾਨੂੰ ਕੁਐਸਚਨ ਆਵੇ ਕਿ ਦਿੱਲੀ ਦਾ ਪਹਿਲਾ ਸੁਲਤਾਨ ਕੌਣ ਸੀ, ਤਾਂ ਉਹ ਇਲਤੁਤਮਿਸ਼ ਸੀ, ਠੀਕ ਹੈ ਜੀ। ਤਾਂ ਇਹ ਬੰਦੇ ਨੇ ਤਾਂ ਸੁਲਤਾਨ ਦਾ ਟਾਈਟਲ ਹੀ ਐਕਸੈਪਟ ਨਹੀਂ ਕੀਤਾ, ਕਿਉਂਕਿ ਇਹ ਬੰਦਾ ਸਲੇਵ ਸੀ, ਇਹ ਗੁਲਾਮ ਸੀ, ਠੀਕ ਹੈ ਜੀ। ਤਾਂ ਸਭ ਤੋਂ ਪਹਿਲਾਂ ਤਾਂ ਇਹਦੇ ਬਾਰੇ ਆਪਾਂ ਪੜ੍ਹਦੇ ਹਾਂ ਕਿ ਇਹ ਫਾਊਂਡਰ ਹੈ, ਠੀਕ ਹੈ ਜੀ। ਸਲੇਵ ਡਾਇਨੈਸਟੀ ਕਿਹਨੇ ਫਾਊਂਡ ਕੀਤੀ ਹੈ? ਕੁਤਬਦੀਨ ਐਬਕ ਨੇ। ਰਾਜਿਆਂ ਦਾ ਟਾਈਮ ਪੀਰੀਅਡ ਪੜ੍ਹਨ ਦੀ ਤੁਹਾਨੂੰ ਲੋੜ ਨਹੀਂ, ਤੁਹਾਨੂੰ ਕਿਤੋਂ ਵੀ ਇੱਥੋਂ ਮਤਲਬ ਡੇਟ ਨਹੀਂ ਪੁੱਛਦੇ ਕਿ ਕੁਤਬਦੀਨ ਐਬਕ ਦਾ ਟਾਈਮ ਪੀਰੀਅਡ ਦੱਸੋ ਕਿੰਨਾ ਸੀ, ਠੀਕ ਹੈ ਜੀ। ਉੱਥੋਂ ਕੁਐਸਚਨ ਆਉਣ ਦੇ ਬਹੁਤ ਰੇਅਰ ਚਾਂਸ ਉੱਥੋਂ ਤਾਂ ਹੈ ਹੀ ਨਹੀਂ, ਮਤਲਬ ਅੱਜ ਤੱਕ ਕੁਐਸਚਨ ਹੀ ਨਹੀਂ ਆਇਆ, ਇਹ ਯਾਦ ਰੱਖਣਾ ਤੁਸੀਂ, ਠੀਕ ਹੈ ਜੀ। ਤਾਂ ਇਹ ਫਾਊਂਡਰ ਸੀ ਸਲੇਵ ਡਾਇਨੈਸਟੀ ਦਾ। ਜਿਵੇਂ ਜਿਵੇਂ ਮੈਂ ਤੁਹਾਨੂੰ ਇਹ ਕਰਵਾ ਰਿਹਾ ਤੁਸੀਂ ਨੋਟ ਕਰਦੇ ਜਾਇਓ, ਬਸ ਤੁਸੀਂ ਇੰਨਾ ਪੜ੍ਹ ਲਿਓ, ਇਨਫ ਹੈ ਤੁਹਾਡੇ ਲਈ। SST ਮਾਸਟਰ ਕੇਡਰ ਦੇ ਵਿੱਚੋਂ ਤੁਸੀਂ ਵਧੀਆ ਜੇਕਰ ਸਕੋਰ ਕਰਨਾ ਚਾਹੁੰਦੇ ਹੋ ਤਾਂ ਜਿਵੇਂ ਮੈਂ ਤੁਹਾਨੂੰ ਇਹ ਕਰਵਾ ਰਿਹਾ ਤਾਂ ਉਸੇ ਤਰੀਕੇ ਨਾਲ ਤੁਸੀਂ ਇਹ ਕਰਦੇ ਜਾਇਓ, ਠੀਕ ਹੈ ਜੀ। ਆਪਾਂ ਇੱਕ ਵੀ ਫੈਕਟ ਇਹਦਾ ਮਿਸ ਨਹੀਂ ਕਰਦੇ, ਜਿਹੜਾ ਤੁਹਾਡੇ ਲਈ ਇੰਪੋਰਟੈਂਟ ਹੈ ਉਹਦਾ ਆਪਾਂ ਕਦੇ ਵੀ ਮਿਸ ਨਹੀਂ ਕਰਦੇ। ਤਾਂ ਕਰਕੇ ਜਿੰਨਾ ਕੁ ਮੈਂ ਤੁਹਾਨੂੰ ਕਰਵਾ ਰਿਹਾ ਸਿਰਫ ਓਨਾ ਤੁਸੀਂ ਕਰ ਲੈਣਾ, ਜ਼ਿਆਦਾ ਪੜ੍ਹਨ ਦੀ ਲੋੜ ਨਹੀਂ, ਠੀਕ ਹੈ ਜੀ।
ਤਾਂ ਇਸ ਤੋਂ ਬਾਅਦ ਜਿਹੜੀ ਆਪਾਂ ਗੱਲ ਕਰਕੇ ਆਏ ਕਿ ਇਹ ਬੰਦੇ ਨੇ ਸੁਲਤਾਨ ਦਾ ਟਾਈਟਲ ਐਕਸੈਪਟ ਨਹੀਂ ਕੀਤਾ, ਤਾਂ ਫਿਰ ਇਹਨੇ ਟਾਈਟਲ ਕਿਹੜੇ ਕਿਹੜੇ ਐਕਸੈਪਟ ਕੀਤੇ ਆ? ਤਾਂ ਇਹਨੇ ਜਿਹੜਾ ਟਾਈਟਲ ਐਕਸੈਪਟ ਕੀਤਾ ਉਹਦਾ ਨਾਮ ਸੀ ਸਿਪਾ ਸਲਾਰ। ਠੀਕ ਹੈ ਜੀ, ਸਿਪਾ ਸਲਾਰ। ਇਹ ਆਉਂਦਾ ਬਹੁਤ ਵਾਰ ਕੁਐਸਚਨ ਆਏਗਾ ਕਿ ਸਿਪਾ ਸਲਾਰ ਦਾ ਜਿਹੜਾ ਟਾਈਟਲ ਹੈ ਉਹ ਕਿਹਨੇ ਐਕਸੈਪਟ ਕੀਤਾ ਸੀ? ਕੁਤਬਦੀਨ ਐਬਕ ਨੇ। ਇੱਕ ਲੋਕਾਂ ਨੇ ਇਹਨੂੰ ਟਾਈਟਲ ਦਿੱਤਾ ਸੀ, ਪੀਪਲ ਗਿਵਸ ਦੀ ਟਾਈਟਲ ਲੋਕਾਂ ਨੇ ਦਿੱਤਾ ਸੀ। ਲੋਕਾਂ ਨੇ ਇਹਨੂੰ ਇੱਕ ਟਾਈਟਲ ਦਿੱਤਾ ਸੀ, ਉਹ ਦਿੱਤਾ ਸੀ ਲਾਖ ਬਖਸ਼ ਦਾ। ਠੀਕ ਹੈ ਜੀ, ਲਾਖ ਬਖਸ਼ ਮਤਲਬ ਜਿਹੜਾ ਲੱਖਾਂ ਬਖਸ਼ਦਾ ਸੀ ਮਤਲਬ ਦਾਨ ਦਿੰਦਾ ਸੀ। ਇਹ ਬੰਦਾ ਬਹੁਤ ਦਾਨ ਪੁੰਨ ਵੀ ਬਹੁਤ ਕਰਦਾ ਸੀ, ਚੰਗਾ ਬੰਦਾ ਸੀ ਮਤਲਬ, ਕਿਉਂਕਿ ਇਹ ਸਲੇਵ ਦੀ ਭਾਵਨਾ ਸੀ ਇਹਦੇ ਵਿੱਚ। ਤਾਂ ਇਹ ਬੰਦਾ ਅਸ਼ਰਫੀਆਂ, ਗਹਿਣੇ, ਸੋਨਾ, ਚਾਂਦੀ ਇਹ ਲੋਕਾਂ ਦੇ ਵਿੱਚ ਹੀ ਵੰਡ ਦਿੰਦਾ ਸੀ, ਤਾਂ ਕਰਕੇ ਲੋਕਾਂ ਨੇ ਇਹਨੂੰ ਟਾਈਟਲ ਦਿੱਤਾ ਸੀ ਲਾਖ ਬਖਸ਼ ਦਾ। ਠੀਕ ਹੈ ਜੀ, ਵੈਸੇ ਇਹਨੇ ਖੁਦ ਟਾਈਟਲ ਐਕਸੈਪਟ ਕੀਤਾ ਸੀ ਸਿਪਾ ਸਲਾਰ ਦਾ। ਇਹ ਤੁਸੀਂ ਦੋਨੋਂ ਚੀਜ਼ਾਂ ਯਾਦ ਰੱਖਣੀਆਂ, ਇੱਥੋਂ ਕੁਐਸਚਨ ਬਹੁਤ ਵਾਰ ਆਇਆ ਹੈ। ਅਗਲਾ ਜਿਹੜਾ ਆਪਣਾ ਫੈਕਟ ਹੈ, ਇਨ ਦੀ ਮੈਮਰੀ ਆਫ ख्वाजा मोइनुद्दीन चिश्ती ही कंस्ट्रक्टेड 2.5 दिन का झोपड़ा एट अजमेर राजस्थान। ਤਾਂ ਇਹਨਾਂ ਬਾਰੇ ਤੁਹਾਨੂੰ ਮੈਂ ਇੱਕ ਵਾਰ ਪਹਿਲਾਂ ਮੈਂ ਤੁਹਾਨੂੰ ਡਿਟੇਲ 'ਚ ਦੱਸਦਾ ਕਿ ख्वाजा मोइनुद्दीन चिश्ती, ਠੀਕ ਹੈ ਜੀ, ਇੱਕ ਤਾਂ ਇਹ ਮਤਲਬ ਇੱਕ ਸੂਫੀ ਸੰਤ ਫਕੀਰ ਬੰਦੇ ਸੀ, ਤਾਂ ਇੱਕ ਤਾਂ ਇਹ ਇਹਨਾਂ ਨਾਲ ਆਏ ਸੀਗੇ ਕੁਤਬਦੀਨ ਐਬਕ ਦੇ ਨਾਲ ਆਏ ਸੀ। ਠੀਕ ਹੈ ਜੀ, ਤਾਂ ਇੱਕ ਆਇਆ ਸੀਗਾ ਕੁਤਬੁਦੀਨ ਬਖਤਿਆਰ ਕਾਕੀ। ਇਹ ਦੋ ਬੰਦਿਆਂ ਦੇ ਨਾਮ ਤੁਸੀਂ ਨੋਟ ਕਰ ਲਓ, ਦੋ ਇਹ ਸੂਫੀ ਸੰਤ ਸੀ, ਬਹੁਤ ਪ੍ਰਸਿੱਧ ਉਸ ਟਾਈਮ ਦੇ। ਠੀਕ ਹੈ ਜੀ, ਤਾਂ ਇਹ ਕਿਹਦੇ ਨਾਲ ਆਏ ਸੀ? ਇਹ ਆਏ ਸੀ ਆਪਣੇ ਕੁਤਬਦੀਨ ਐਬਕ ਦੇ ਨਾਲ। ਤਾਂ ਇੱਕ ਮਤਲਬ ਇਹਨਾਂ ਦੇ ਵਿੱਚੋਂ ਇੱਕ ਜਿਹੜਾ ਸੂਫੀ ਸੰਤ ਫਕੀਰ ਸੀ ਜਿਵੇਂ ਕਿ ख्वाजा मोइनुद्दीन चिश्ती, ਇਹਨੇ ਮਤਲਬ ਜਿਹੜੀ ਚਿਸ਼ਤੀ ਜਿਹੜਾ ਸੈਕਟ ਹੈ ਮੁਸਲਿਮ ਦੇ ਵਿੱਚ, ਚਿਸ਼ਤੀ ਜਿਹੜਾ ਆਪਣਾ ਆਪਾਂ ਕਹਿ ਦਿੰਦੇ ਹਾਂ ਕਿ ਸਬ ਕਾਸਟ ਆਪਾਂ ਕਹਿ ਸਕਦੇ ਹਾਂ, ਇਹਨਾਂ ਦਾ ਇੱਕ ਰਿਲੀਜਨ ਦੇ ਵਿੱਚ ਚਿਸ਼ਤੀ ਸੰਪਰਦਾਇ ਹੈ ਇਹ। ਠੀਕ ਹੈ ਜੀ, ਤਾਂ ਜਿਹੜੇ ਚਿਸ਼ਤੀ ਸੰਪਰਦਾਇ ਹੈ ਉਹਦੇ ਫਾਊਂਡਰ ਕੌਣ ਹੈ? ਉਹਨੇ ख्वाजा मोइनुद्दीन चिश्ती। ਇਹ ਵੀ ਕੁਐਸਚਨ ਬਹੁਤ ਵਾਰੀ ਆਇਆ ਹੋਇਆ ਕਿ ਚਿਸ਼ਤੀ ਸੰਪਰਦਾਇ ਦੇ ਫਾਊਂਡਰ ਦੱਸੋ ਕੌਣ ਨੇ? ਤਾਂ ਉਹਨੇ ख्वाजा मोइनुद्दीन चिश्ती। ਤਾਂ ਇਹ ਜਿਹੜੇ ਸੂਫੀ ਸੰਤ ਫਕੀਰ ਸੀ ਇਹ ਕਿੱਥੇ ਜਾ ਕੇ ਸੈੱਟ ਹੋ ਗਏ ਸੀ? ਇਹ ਅਜਮੇਰ ਦੇ ਵਿੱਚ ਰਹਿ ਲਏ ਸੀਗੇ ਜਾ ਕੇ, ਰਾਜਸਥਾਨ ਦੇ ਵਿੱਚ। ਠੀਕ ਹੈ ਜੀ, ਜਿੱਥੇ ਹੁਣ ਅਜਮੇਰ ਸ਼ਰੀਫ ਦੀ ਦਰਗਾਹ ਬਣੀ ਹੋਈ ਹੈ, ਜਿੱਥੇ ਬਹੁਤ ਸਾਰੇ ਲੋਕ ਮੱਥਾ ਟੇਕਦੇ ਆ ਜਾ ਕੇ, ਤਾਂ ਉਹ ख्वाजा मोइनुद्दीन चिश्ती ਦੀ ਦਰਗਾਹ ਹੈ। ਠੀਕ ਹੈ ਜੀ, ਉੱਥੇ ਇੱਕ ਬਣਿਆ ਹੋਇਆ 2.5 दिन का झोपड़ा। ਇਹ ਬਹੁਤ ਵਾਰ ਕੁਐਸਚਨ ਆਇਆ ਹੋਇਆ 2.5 दिन का झोपड़ा। ਤਾਂ ਇਹ ਤੁਹਾਨੂੰ ਪੁੱਛਿਆ ਜਾਊ ਕਿ 2.5 दिन का झोपड़ा ਇਹ ਕਿਹਨੇ ਬਣਵਾਇਆ ਸੀ? ਇਹ ਬਣਵਾਇਆ ਸੀ ਕੁਤਬਦੀਨ ਐਬਕ ਨੇ। ਕਿਹਦੀ ਯਾਦ ਦੇ ਵਿੱਚ? ख्वाजा मोइनुद्दीन चिश्ती ਦੀ ਯਾਦ ਦੇ ਵਿੱਚ। ਇਹ ਯਾਦ ਰੱਖਿਓ, ਬਹੁਤ ਇੰਪੋਰਟੈਂਟ ਕੁਐਸਚਨ ਹੈ। ਠੀਕ ਹੈ ਜੀ, ਤਾਂ ਇਹਨੂੰ ਇੰਪੋਰਟੈਂਟ ਮਾਰਕ ਕਰ ਲਿਓ। ਅਤੇ ਅਗਲਾ ਜਿਹੜਾ ਇਹਦੇ ਨਾਲ ਸੂਫੀ ਸੰਤ ਫਕੀਰ ਆਇਆ ਸੀ ਉਹ ਆਇਆ ਸੀ ਕੁਤਬਦੀਨ ਬਖਤਿਆਰ ਕਾਕੀ। ਇਹ ਇਹਦੇ ਨਾਲ ਹੀ ਰਹਿ ਗਿਆ ਸੀ, ਮਤਲਬ ਦਿੱਲੀ ਦੇ ਵਿੱਚ ਹੀ ਰਹਿ ਲਿਆ ਸੀ। ਠੀਕ ਹੈ ਜੀ, ਤਾਂ ਦਿੱਲੀ ਦੇ ਵਿੱਚ ਹੀ ਰਹਿ ਲਿਆ ਸੀ। ਤਾਂ ਇਹ ਤੁਹਾਨੂੰ ਪੁੱਛਣਗੇ ਕਿ ਜਿਹੜਾ ਕੁਤਬ ਮੀਨਾਰ ਬਣਾਇਆ ਗਿਆ ਹੈਗਾ, ਕੁਤਬ ਮੀਨਾਰ, ਠੀਕ ਹੈ ਜੀ, ਤਾਂ ਇਹ ਕਈ ਵਾਰੀ ਇਹ ਆ ਜਾਂਦਾ ਕਿ ਕਿਹਦੀ ਮੈਮਰੀ ਦੇ ਵਿੱਚ ਬਣਾਇਆ? ਤਾਂ ਉਹ ਇੱਕ ਸੂਫੀ ਸੰਤ ਫਕੀਰ ਦਾ ਨਾਮ ਸੀ ਕੁਤਬਦੀਨ ਬਖਤਿਆਰ ਕਾਕੀ। ਇਹ ਯਾਦ ਰੱਖਿਓ। ਕਈ ਵਾਰੀ ਬੱਚੇ ਜਿਹੜੇ ਟਿਕ ਲਾ ਦਿੰਦੇ ਨੇ ਉਹ ਕੁਤਬਦੀਨ ਐਬਕ ਦੀ ਯਾਦ ਦੇ ਵਿੱਚ ਹੀ ਲਾ ਦਿੰਦੇ ਨੇ, ਤਾਂ ਉਹ ਹਮੇਸ਼ਾ ਤੁਹਾਡਾ ਗਲਤ ਹੋਊਗਾ। ਬਣਵਾਇਆ ਬੇਸ਼ੱਕ ਕੁਤਬਦੀਨ ਐਬਕ ਨੇ ਸੀ, ਬਟ ਕਿਹਦੀ ਯਾਦ ਦੇ ਵਿੱਚ ਬਣਵਾਇਆ ਸੀ ਇਹ ਪਤਾ ਹੋਣਾ ਚਾਹੀਦਾ। ਇਹ ਬਣਵਾਇਆ ਸੀ ਕੁਤਬਦੀਨ ਬਖਤਿਆਰ ਕਾਕੀ ਦੀ ਯਾਦ ਦੇ ਵਿੱਚ। ਤਾਂ ਇਹ ਬਹੁਤ ਇੰਪੋਰਟੈਂਟ ਪੁਆਇੰਟ ਹੈ ਤੁਹਾਡਾ। ਠੀਕ ਹੈ ਜੀ, ਤਾਂ ਇਹ ਕੁਤਬ ਮੀਨਾਰ ਬਣਵਾਇਆ ਸੀ। ਠੀਕ ਹੈ ਜੀ, ਤਾਂ ਇਹ ਦੋ ਸੂਫੀ ਸੰਤ ਫਕੀਰ ਕਿਹਦੇ ਨਾਲ ਆਏ ਸੀਗੇ? ਕੁਤਬਦੀਨ ਐਬਕ ਦੇ ਨਾਲ। ਠੀਕ ਹੈ ਜੀ, ਤਾਂ ਸਿਪਾ ਸਲਾਰ, ਠੀਕ ਹੈ ਜੀ, ਸਿਪਾ ਸਲਾਰ ਯਾਦ ਰੱਖਣਾ, ਲਾਖ ਬਖਸ਼ ਯਾਦ ਰੱਖਣਾ। ਤਾਂ ख्वाजा मोइनुद्दीन चिश्ती ਆਏ ਸੀਗੇ ਜਿਹੜੇ ਕਿ ਚਿਸ਼ਤੀ ਆਰਡਰ ਦੇ ਨਾਲ ਸੰਬੰਧ ਰੱਖਦੇ ਨੇ, ਅਤੇ ਕੁਤਬਦੀਨ ਬਖਤਿਆਰ ਕਾਕੀ ਆਏ ਸੀ। 2.5 दिन का झोपड़ा ਅਤੇ ਕੁਤਬ ਮੀਨਾਰ, ਇਹ ਦੋ ਬਿਲਡਿੰਗਸ ਇਹਦੇ ਦੁਆਰਾ ਬਣਵਾਈਆਂ ਗਈਆਂ ਸੀ। ਤਾਂ ਬਹੁਤ ਇੰਪੋਰਟੈਂਟ ਹੈ ਇਹ। ਠੀਕ ਹੈ ਜੀ, ਅਗਲਾ ਜਿਹੜਾ ਆਪਣਾ ਪੁਆਇੰਟ ਹੈ, ਹੀ ਡਾਈਡ ਇਨ 1210 ਦੇ ਵਿੱਚ ਇਹਦੀ ਮੌਤ ਹੋ ਗਈ ਸੀ ਕੁਤਬਦੀਨ ਐਬਕ ਦੀ। ਕਿਵੇਂ ਹੋਈ ਸੀ? ਇਹ ਚੌਗਾਨ ਖੇਡਦਾ ਸੀ। ਠੀਕ ਹੈ ਜੀ, ਇਹ ਥੋੜ੍ਹਾ ਗਲਤ ਟਾਈਪ ਕੀਤਾ ਹੋਇਆ। ਠੀਕ ਹੈ ਜੀ, ਤਾਂ ਚੌਗਾਨ ਦਾ ਕੀ ਮੀਨ ਹੁੰਦਾ? ਚੌਗਾਨ ਹੁੰਦੀ ਆ ਪੋਲੋ, ਜਿਹੜੀ ਅੱਜ ਆਪਾਂ ਜਿਹਨੂੰ ਪੋਲੋ ਕਹਿੰਦੇ ਹਾਂ, ਜਿਹੜੇ ਘੋੜੇ ਦੇ ਉੱਤੇ ਬੈਠ ਕੇ ਸਟਿੱਕ ਦੇ ਨਾਲ ਬਾਲ ਨੂੰ ਮਾਰਦੇ ਹੁੰਦੇ ਆਪਾਂ। ਠੀਕ ਹੈ, ਤਾਂ ਉਹ ਪੋਲੋ ਨੂੰ ਮਤਲਬ ਇਹ ਚੌਗਾਨ ਕਿਹਾ ਜਾਂਦਾ ਹੈ ਪਰਸ਼ੀਅਨ ਲੈਂਗੁਏਜ ਦੇ ਵਿੱਚ। ਤਾਂ ਇਹ ਚੌਗਾਨ ਖੇਡ ਰਿਹਾ ਸੀ, ਤਾਂ ਚੌਗਾਨ ਖੇਡਦੇ ਘੋੜੇ ਤੋਂ ਡਿੱਗ ਕੇ ਇਹਦੀ ਮੌਤ ਹੋ ਗਈ ਸੀ ਕੁਤਬਦੀਨ ਐਬਕ ਦੀ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ। ਤਾਂ ਬਹੁਤ ਇੰਪੋਰਟੈਂਟ ਹੈ ਇਹ, ਇੱਥੋਂ ਕੁਐਸਚਨ ਬਹੁਤ ਵਾਰ ਬਣਦੇ ਨੇ। ਠੀਕ ਹੈ ਜੀ, ਤਾਂ ਅਗਲਾ ਜਿਹੜਾ ਆਪਣਾ ਕਿੰਗ ਹੈ ਉਹ ਹੈ ਇਲਤੁਤਮਿਸ਼, ਦੀ ਫਸਟ ਸੁਲਤਾਨ ਆਫ ਦਿੱਲੀ ਸਲਤਨਤ। ਇਹ ਯਾਦ ਰੱਖਿਓ। ਠੀਕ ਹੈ ਜੀ, ਮੈਂ ਜਾਣਬੁੱਝ ਕੇ ਇੱਥੇ ਐਡ ਕੀਤੇ ਹੋਏ ਨੇ ਤਾਂ ਕਿ ਤੁਹਾਡੇ ਯਾਦ ਰਹਿ ਜਾਣ। ਪਹਿਲਾ ਸੁਲਤਾਨ ਜਿਹੜਾ ਦਿੱਲੀ ਸਲਤਨਤ ਦਾ ਸੀ ਉਹ ਸੀਗਾ ਇਲਤੁਤਮਿਸ਼। ਠੀਕ ਹੈ ਜੀ, ਤਾਂ ਹੀ ਵਾਜ਼ ਦ ਸਲੇਵ ਆਫ ਕੁਤਬਦੀਨ ਐਬਕ। ਇੱਕ ਚੀਜ਼ ਹੋਰ, ਇੱਕ ਤੁਹਾਨੂੰ ਕੁਐਸਚਨ ਆਉਂਦਾ ਹੁੰਦਾ ਕਿ ਸਲੇਵ ਆਫ ਸਲੇਵ, ਇਹ ਕੁਐਸਚਨ ਬਹੁਤ ਵਾਰ ਆਇਆ ਹੋਇਆ। ਠੀਕ ਹੈ ਜੀ, ਇਹ ਤੁਸੀਂ ਨੋਟ ਕਰ ਲਿਓ ਕਿ ਸਲੇਵ ਆਫ ਸਲੇਵ ਕਿਹਨੂੰ ਕਿਹਾ ਜਾਂਦਾ ਹੈ। ਠੀਕ ਹੈ ਜੀ, ਸਲੇਵ ਆਫ ਸਲੇਵ
ਕਿਹੜੇ ਕਿੰਗ ਨੂੰ ਕਿਹਾ ਜਾਂਦਾ, ਤਾਂ ਉਹ ਕਿਹਾ ਜਾਂਦਾ ਇਲਤੁਤਮਿਸ਼ ਨੂੰ। ਕਿਉਂ ਕਿਹਾ ਜਾਂਦਾ? ਕਿਉਂਕਿ ਜਿਹੜਾ ਕੁਤਬਦੀਨ ਐਬਕ ਸੀ ਇਹ ਤਾਂ ਸੀਗਾ ਆਪਣਾ ਮੁਹੰਮਦ ਗੌਰੀ ਦਾ ਸਲੇਵ, ਅਤੇ ਅੱਗੇ ਸਲੇਵ ਜਿਹੜਾ ਇਲਤੁਤਮਿਸ਼ ਸੀ ਉਹ ਇਹਦਾ ਸਲੇਵ ਸੀ। ਤਾਂ ਸਲੇਵ ਆਫ ਸਲੇਵ ਕਿਹਨੂੰ ਕਿਹਾ ਜਾਊਗਾ? ਇਲਤੁਤਮਿਸ਼ ਨੂੰ। ਠੀਕ ਹੈ ਜੀ। ਤਾਂ ਇਹ ਬੰਦਾ ਸਲੇਵ ਆਫ ਸਲੇਵ ਸੀਗਾ। ਸਲੇਵ ਆਫ ਸਲੇਵ ਮਤਲਬ ਇਹ ਸਲੇਵ ਦਾ ਵੀ ਸਲੇਵ ਸੀ ਅੱਗੇ, ਯਾਨੀ ਕਿ ਕੁਤਬਦੀਨ ਐਬਕ ਦਾ ਵੀ ਗਾਹਾਂ ਇਹ ਗੁਲਾਮ ਸੀ। ਠੀਕ ਹੈ ਜੀ। ਤਾਂ ਇਹਨੂੰ ਸਲੇਵ ਆਫ ਸਲੇਵ ਕਿਹਾ ਜਾਂਦਾ, ਸਲੇਵ ਆਫ ਸਲੇਵ। ਇਹ ਯਾਦ ਰੱਖਿਓ, ਬਹੁਤ ਇੰਪੋਰਟੈਂਟ ਹੈ ਤੁਹਾਡੇ ਲਈ ਇਹ ਬਹੁਤ ਵਾਰ ਕੁਐਸਚਨ ਆਇਆ ਹੋਇਆ। ਠੀਕ ਹੈ ਜੀ। ਤਾਂ ਅੱਗੇ ਵੀ ਤੁਹਾਨੂੰ ਪੁੱਛਿਆ ਜਾ ਸਕਦਾ। ਤਾਂ ਕਾਲਡ ਸਲੇਵ ਆਫ ਸਲੇਵ, ਤਾਂ ਇਹ ਕੁਤਬਦੀਨ ਐਬਕ ਦਾ ਸਨ ਇਨ ਲਾਅ ਸੀਗਾ। ਠੀਕ ਹੈ ਜੀ। ਤਾਂ ਕੁਤਬਦੀਨ ਐਬਕ ਦਾ ਇਹ ਦਾਮਾਦ ਸੀ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ, ਅਤੇ ਗੁਲਾਮ ਵੀ ਸੀ। ਅਗਲਾ ਜਿਹੜਾ ਆਪਣਾ ਪੁਆਇੰਟ ਹੈ, ਹੀ ਸਟਾਰਟਡ ਚਾਲੀਸਾ ਔਰ ਚਹਿਲਗਾਨੀ। ਇਹ ਤੁਹਾਨੂੰ ਬਹੁਤ ਵਾਰ ਕੁਐਸਚਨ ਜਿਹੜਾ ਇਹ ਕਨਫਿਊਜ਼ ਕਰਨ ਦੇ ਲਈ ਆਉਂਦਾ। ਚਾਲੀਸਾ ਵੀ ਉਹਨੂੰ ਹੀ ਕਹਿੰਦੇ ਅਤੇ ਚਹਿਲਗਾਨੀ ਵੀ ਉਹਨੂੰ ਹੀ ਕਹਿੰਦੇ ਆ, ਇੱਕੋ ਹੀ ਗੱਲ ਹੈ। ਠੀਕ ਹੈ ਜੀ। ਚਾਲੀਸਾ ਜਾਂ ਚਹਿਲਗਾਨੀ ਮਤਲਬ ਕਿ 40 ਬੰਦਿਆਂ ਦਾ ਗਰੁੱਪ ਸੀਗਾ, ਜਿਹੜਾ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਆਇਆ ਕਿ ਇਹ ਬੰਦੇ ਨੋਬਲ ਸੀਗੇ, ਸਿਆਣੇ ਬੰਦੇ, ਵੱਡੀ ਉਮਰ ਦੇ। ਤਾਂ ਇਹ ਮਤਲਬ ਡਿਸੀਜਨ ਦੇ ਲਈ ਇਹਨੇ ਬਣਾਤੇ ਸੀਗੇ ਇਲਤੁਤਮਿਸ਼ ਨੇ, ਕਿ ਤੁਸੀਂ ਡਿਸੀਜਨ ਲੈਣਾ। ਠੀਕ ਹੈ ਜੀ। ਤਾਂ ਚਾਲੀਸਾ ਅਤੇ ਚਹਿਲਗਾਨੀ ਇਹ ਤੁਹਾਨੂੰ ਮਤਲਬ ਪਤਾ ਹੋਣਾ ਚਾਹੀਦਾ, ਤੁਹਾਨੂੰ ਕੁਐਸਚਨ ਆਊਗਾ। ਤਾਂ ਇਹ ਮਤਲਬ ਕਿਹਨੇ ਸਟਾਰਟ ਕੀਤਾ ਸੀ? ਜਿਹੜਾ ਚਾਲੀਸਾ ਸਟਾਰਟ ਕੀਤਾ ਸੀ ਜਾਂ ਚਹਿਲਗਾਨੀ, ਤਾਂ ਇਹ ਕੀਤਾ ਸੀ ਇਲਤੁਤਮਿਸ਼ ਨੇ, ਇਹ ਯਾਦ ਰੱਖਿਓ। ਹੀ ਸਟਾਰਟਡ ਇਕਤਾ ਸਿਸਟਮ। ਇਕਤਾ ਸਿਸਟਮ ਕਿਹਨੇ ਸਟਾਰਟ ਕੀਤਾ ਸੀ? ਇਕਤੇਦਾਰ ਮਤਲਬ ਇਹ ਅਲੱਗ-ਅਲੱਗ ਜਿਹੜਾ ਪ੍ਰੋਵਿੰਸ ਸੀ ਉਹਦੇ ਇਕਤੇਦਾਰ ਸੈੱਟ ਕਰ ਦਿੰਦਾ ਸੀ ਟੈਕਸ ਕਲੈਕਸ਼ਨ ਦੇ ਲਈ। ਠੀਕ ਹੈ ਜੀ। ਕਿ ਆਪਾਂ ਟੈਕਸ ਇਕੱਠਾ ਕਰਨਾ। ਤਾਂ ਇਕਤਾ ਸਿਸਟਮ ਜਿਹੜਾ ਚਲਾਇਆ ਸੀ ਉਹ ਵੀ ਇਲਤੁਤਮਿਸ਼ ਨੇ ਚਲਾਇਆ ਸੀ। ਇਹ ਡਾਇਰੈਕਟ ਕੁਐਸਚਨ ਆਉਂਦੇ ਨੇ ਇੱਥੋਂ, ਇਹ ਤੁਸੀਂ ਨੋਟ ਕਰ ਲਿਓ। ਅਗਲਾ ਜਿਹੜਾ ਆਪਣਾ ਪੁਆਇੰਟ ਹੈ, ਹੀ ਇੰਟਰੋਡਿਊਸ 2 ਟਾਈਪ ਆਫ ਕਰੰਸੀ। 2 ਟਾਈਪ ਦੀ ਨੇ ਕਰੰਸੀ ਚਲਾਈ ਸੀ। ਇੱਕ ਤਾਂ ਚਲਾਇਆ ਸੀ ਟੰਕਾ, ਮਤਲਬ ਕੁਆਇਨ ਚਲਾਏ ਸੀਗੇ, ਸਿੱਕੇ। ਇੱਕ ਦਾ ਨਾਮ ਸੀ ਟੰਕਾ, ਇੱਕ ਦਾ ਨਾਮ ਸੀ ਜੀਤਲ। ਠੀਕ ਹੈ ਜੀ। ਤਾਂ ਇੱਥੋਂ ਕੁਐਸਚਨ ਵੀ ਹਜ਼ਾਰਾਂ ਵਾਰ ਇੱਥੋਂ ਕੁਐਸਚਨ ਆਇਆ ਹੋਇਆ, ਅਤੇ ਅੱਗੇ ਵੀ ਤੁਹਾਨੂੰ ਪੁੱਛਿਆ ਜਾਊਗਾ। ਟੰਕਾ ਸੀਗਾ ਮਤਲਬ ਉਹ ਚਾਂਦੀ ਦਾ ਬਣਿਆ ਹੋਇਆ ਸੀ, ਜੀਤਲ ਬਣਿਆ ਹੋਇਆ ਸੀ ਕੋਪਰ ਦਾ, ਤਾਂਬੇ ਦਾ। ਠੀਕ ਹੈ ਜੀ। ਤਾਂ ਇਹ ਤੁਸੀਂ ਯਾਦ ਰੱਖਣਾ, ਟੰਕਾ ਅਤੇ ਜੀਤਲ 2 ਟਾਈਪ ਦੇ ਨੇ ਸਿੱਕੇ ਚਲਾਏ ਸੀ ਇਲਤੁਤਮਿਸ਼ ਨੇ। ਠੀਕ ਹੈ ਜੀ। ਇਹ ਤੁਹਾਨੂੰ ਪੁੱਛਿਆ ਜਾਊਗਾ। ਅਗਲਾ ਜਿਹੜਾ ਪੁਆਇੰਟ ਹੈ, ਫਾਦਰ ਆਫ ਰਜ਼ੀਆ ਸੁਲਤਾਨ ਹੈ ਇਹ। ਠੀਕ ਹੈ ਜੀ। ਰਜ਼ੀਆ ਸੁਲਤਾਨ ਦਾ ਪਿਤਾ ਸੀਗਾ ਇਹ ਜਿਹੜਾ ਆਪਣਾ ਇਲਤੁਤਮਿਸ਼ ਸੀ, ਇਹ ਤੁਸੀਂ ਯਾਦ ਰੱਖਿਓ। ਤਾਂ ਇਹ ਸਾਰੇ ਪੁਆਇੰਟ ਇੱਥੋਂ ਬਹੁਤ ਇੰਪੋਰਟੈਂਟ ਨੇ। ਤਾਂ ਸਿਰਫ ਆਪਾਂ ਸਮਾਰਟ ਵਰਕ ਕਰਨਾ, ਆਪਾਂ ਸਿਰਫ ਉਹ ਪੁਆਇੰਟ ਪੜ੍ਹਨੇ ਜਿੱਥੋਂ ਤੁਹਾਨੂੰ ਕੁਐਸਚਨ ਬਣਨ ਦੀ 100% ਜਿਹੜੀ ਉਹ ਸੰਭਾਵਨਾ ਹੈਗੀ ਹੈ। ਠੀਕ ਹੈ ਜੀ। ਫਾਲਤੂ ਜਿਹੜੀ ਇਨਫੋਰਮੇਸ਼ਨ ਆ ਉਹ ਪੜ੍ਹਨ ਦੀ ਜ਼ਰੂਰਤ ਨਹੀਂ ਹੈ। ਤਾਂ ਕਰਕੇ ਤੁਸੀਂ ਸਮਾਰਟ ਵਰਕ ਕਰੋ ਜੇ ਤੁਸੀਂ ਆਪਣਾ ਪੇਪਰ ਕਰੈਕ ਕਰਨਾ ਅਤੇ ਪੇਪਰ ਦੇ ਵਿੱਚੋਂ ਵਧੀਆ ਸਕੋਰ ਕਰਨਾ। ਠੀਕ ਹੈ ਜੀ। ਇੱਕ ਵੀ ਸੈਸ਼ਨ ਆਪਣਾ ਮਿਸ ਨਾ ਕਰਿਓ, ਸਾਰੇ ਸੈਸ਼ਨ ਤੁਸੀਂ ਬੈਕ ਟੂ ਬੈਕ ਲਗਾਓ। ਠੀਕ ਹੈ ਜੀ। ਤੁਸੀਂ ਬੈਕ ਟੂ ਬੈਕ ਲਗਾਓਗੇ ਤਾਂ ਤੁਹਾਡਾ ਕਨਸੈਪਟ ਬਹੁਤ ਵਧੀਆ ਤਰੀਕੇ ਨਾਲ ਕਲੀਅਰ ਹੋਊਗਾ। ਠੀਕ ਹੈ ਜੀ। ਤਾਂ ਅਗਲੀ ਜਿਹੜੀ ਆਪਣੀ ਲੇਡੀਜ਼ ਸੁਲਤਾਨ ਹੈ ਇਹ। ਠੀਕ ਹੈ ਜੀ। ਰਜ਼ੀਆ ਸੁਲਤਾਨ। ਤਾਂ ਫਸਟ ਲੇਡੀ ਸੁਲਤਾਨ ਆਫ ਦਿੱਲੀ ਸਲਤਨਤ ਹੈ ਇਹ, ਜਿਹਦਾ ਨਾਮ ਹੈ ਰਜ਼ੀਆ ਸੁਲਤਾਨ। ਠੀਕ ਹੈ ਜੀ। ਤਾਂ ਆਫਟਰ ਇਲਤੁਤਮਿਸ਼ ਰੁਕਨੁਦੀਨ ਫਿਰੋਜ਼ ਸੈਟ ਔਨ ਥਰੋਨ ਬਟ ਹੀ ਵਾਜ਼ ਪੁੱਟ ਇਨ ਟੂ ਡੈਥ ਬਾਏ ਚਾਲੀਸਾ। ਠੀਕ ਹੈ ਜੀ। ਇਹ ਜਿਹੜੀ ਇਹਦੀ ਡੈਥ ਹੋਈ ਸੀ, ਇਹ ਮਤਲਬ ਇਹ ਤੋਂ ਪਹਿਲਾਂ ਨਹੀਂ ਹੋਈ ਸੀ, ਰਜ਼ੀਆ ਸੁਲਤਾਨ ਤੋਂ, ਇਹ ਤੋਂ ਬਾਅਦ ਦੇ ਵਿੱਚ ਹੋਈ ਸੀ। ਇਹ ਮੈਂ ਤੁਹਾਨੂੰ ਦੱਸਦਾ। ਤਾਂ ਜਦੋਂ ਇਲਤੁਤਮਿਸ਼ ਦੀ ਮੌਤ ਹੋ ਗਈ ਤਾਂ ਰੁਕਨੁਦੀਨ ਫਿਰੋਜ਼ ਦਾ ਹੱਕ ਬਣਦਾ ਸੀ, ਕਿਉਂਕਿ ਜਿਹੜਾ ਚਾਲੀਸਾ ਸੀ ਉਹ ਕਦੇ ਵੀ ਇੱਕ ਵੂਮੈਨ ਨੂੰ ਐਕਸੈਪਟ ਨਹੀਂ ਕਰੂਗਾ। ਆਪਾਂ ਨੂੰ ਪਤਾ ਹੈ ਕਿ ਵੂਮੈਨ ਦੀ ਜਿਹੜੀ ਸਥਿਤੀ ਸੀ ਉਸ ਟਾਈਮ 'ਤੇ, ਵੂਮੈਨ ਨੂੰ ਮਤਲਬ ਐਡੇ ਵੱਡੇ ਹੱਕ ਪ੍ਰਾਪਤ ਨਹੀਂ ਸੀ, ਮਤਲਬ ਇੰਨਾ ਵੱਡਾ ਅਧਿਕਾਰ ਨਹੀਂ ਸੀ ਕਿ ਉਹ ਅੱਗੇ ਜਾ ਕੇ ਰਾਜੇ ਮਹਾਰਾਜੇ ਦੀ ਕੁਰਸੀ ਦੇ ਉੱਤੇ ਬੈਠ ਜੇ। ਠੀਕ ਹੈ ਜੀ। ਤਾਂ ਰਜ਼ੀਆ ਸੁਲਤਾਨ ਨੂੰ ਪਹਿਲੀ ਗੱਲ ਤਾਂ ਜਿਹੜਾ ਇਹਦੇ ਡੈਡੀ ਨੇ ਚਾਲੀਸਾ ਬਣਾਇਆ ਸੀ, ਰਜ਼ੀਆ ਸੁਲਤਾਨ ਦੇ ਡੈਡੀ ਨੇ, ਇਲਤੁਤਮਿਸ਼ ਨੇ, ਉਹਨੇ ਰਜ਼ੀਆ ਸੁਲਤਾਨ ਨੂੰ ਐਕਸੈਪਟ ਹੀ ਨਹੀਂ ਕੀਤਾ। ਠੀਕ ਹੈ ਜੀ। ਉਹਨਾਂ ਦੀ ਈਗੋ ਹਰਟ ਹੋ ਗਈ ਕਿ ਵੂਮੈਨ ਕਿਵੇਂ ਸੁਲਤਾਨ ਬਣ ਸਕਦੀ ਹੈ। ਠੀਕ ਹੈ ਜੀ। ਤਾਂ ਜਿਹੜਾ ਚਾਲੀਸਾ ਸੀ ਪਹਿਲੀ ਗੱਲ ਤਾਂ ਉਹਨੂੰ ਐਕਸੈਪਟ ਨਹੀਂ ਹੋਇਆ ਕਿ ਰਜ਼ੀਆ ਸੁਲਤਾਨ ਤਾਂ ਕਿਸੇ ਵੀ ਟਾਈਪ ਨਾਲ ਇਹ ਸੁਲਤਾਨ ਨਹੀਂ ਬਣਨੀ ਚਾਹੀਦੀ। ਠੀਕ ਹੈ ਜੀ। ਲੇਡੀਜ਼ ਹੁਣ ਸਾਡੇ 'ਤੇ ਕਿਵੇਂ ਰਾਜ ਕਰੂਗੀ? ਤਾਂ ਇਹ ਬੰਦੇ ਨੂੰ ਐਕਸੈਪਟ ਹੀ ਨਹੀਂ ਕਰ ਰਹੇ ਸੀ, ਇਹਨਾਂ ਦੀ ਮੇਲ ਈਗੋ ਹਰਟ ਹੋ ਰਹੀ ਸੀ। ਠੀਕ ਹੈ ਜੀ। ਤਾਂ ਕਰਕੇ ਜਿਹੜਾ ਚਾਲੀਸਾ ਸੀ ਹੁਣ ਉਹ ਇਹਨਾਂ ਦੇ ਰਾਹਾਂ ਦੇ ਵਿੱਚ ਕੰਡੇ ਬਣ ਰਿਹਾ ਸੀ। ਠੀਕ ਹੈ ਜੀ। ਜਿਹੜਾ ਇਹਦੇ ਫਾਦਰ ਸਾਹਿਬ ਨੇ ਬਣਾਇਆ ਸੀ ਚਾਲੀਸਾ ਦਾ ਗਰੁੱਪ, ਤਾਂ ਉਹ ਬੰਦੇ ਨੂੰ ਐਕਸੈਪਟ ਨਹੀਂ ਕਰ ਰਹੇ ਸੀ। ਤਾਂ ਇਹਨਾਂ ਨੇ ਸਭ ਤੋਂ ਪਹਿਲਾਂ ਰੁਕਨੁਦੀਨ ਫਿਰੋਜ਼ ਨੂੰ ਹੀ ਬਿਠਾਤਾ। ਠੀਕ ਹੈ ਜੀ। ਇਹ ਕਹਿੰਦੇ ਤੂੰ ਹੀ ਬੈਠ, ਵੀ ਮਤਲਬ ਤੇਰਾ ਹੱਕ ਬਣਦਾ ਤੇਰੇ ਡੈਡੀ ਤੋਂ ਬਾਅਦ। ਠੀਕ ਹੈ ਜੀ। ਤਾਂ ਇਸ ਤੋਂ ਬਾਅਦ ਰੁਕਨੁਦੀਨ ਫਿਰੋਜ਼ ਸੀ ਜਿਹੜਾ ਉਹ ਬੰਦਾ ਕੈਪੇਬਲ ਨਹੀਂ ਸੀ, ਮਤਲਬ ਰੂਲਰ ਵਧੀਆ ਨਹੀਂ ਸੀ ਉਹ। ਤਾਂ ਕਰਕੇ ਜਿਹੜੀ ਰਜ਼ੀਆ ਸੁਲਤਾਨ ਸੀ ਤਾਂ ਡੈਥ ਇਹਨੂੰ ਉਦੋਂ ਬਾਅਦ 'ਚ ਹੋਈ ਹੈ, ਰਜ਼ੀਆ ਸੁਲਤਾਨ ਤੋਂ ਬਾਅਦ ਰੁਕਨੁਦੀਨ ਫਿਰੋਜ਼ ਦੀ ਡੈਥ ਹੋਈ ਹੈ। ਠੀਕ ਹੈ ਜੀ। ਉਹ ਮੈਂ ਤੁਹਾਨੂੰ ਅੱਗੇ ਦੱਸਦਾ ਕਿ ਕਿਵੇਂ ਹੋਈ ਹੈ। ਇਸ ਤੋਂ ਬਾਅਦ ਰਜ਼ੀਆ ਸੁਲਤਾਨ ਨੇ ਇਹਨੂੰ ਮਤਲਬ ਕਨਵਿੰਸ ਕੀਤਾ ਰੁਕਨੁਦੀਨ ਫਿਰੋਜ਼ ਨੂੰ ਕਿ ਤੁਸੀਂ ਮਤਲਬ ਗੱਦੀ ਦੇ ਕਾਬਲ ਨਹੀਂ ਹੈਗੇ, ਤੁਸੀਂ ਆਪਣੇ ਫਾਦਰ ਸਾਹਿਬ ਦਾ ਜਿਹੜਾ ਨਾਮ ਹੈ ਉਹ ਮਿੱਟੀ ਦੇ ਵਿੱਚ ਮਿਲਾ ਰਹੇ ਹੋ, ਤਾਂ ਕਰਕੇ ਤੁਸੀਂ ਗੱਦੀ ਤੋਂ ਉਤਰੋ ਅਤੇ ਮੈਂ ਗੱਦੀ 'ਤੇ ਬੈਠਦੀ ਹਾਂ। ਠੀਕ ਹੈ ਜੀ। ਤਾਂ ਇਸ ਤੋਂ ਬਾਅਦ ਜਿਹੜੀ ਫਸਟ ਲੇਡੀ ਮੁਸਲਿਮ ਲੇਡੀ ਸੁਲਤਾਨ ਸੀਗੀ ਦਿੱਲੀ ਦੀ, ਤਾਂ ਰਜ਼ੀਆ ਸੁਲਤਾਨ, ਇਹ ਗੱਦੀ 'ਤੇ ਬੈਠੀ। ਠੀਕ ਹੈ ਜੀ। ਤਾਂ ਇਸ ਤੋਂ ਬਾਅਦ ਜਿਹੜਾ ਰੁਕਨੁਦੀਨ ਫਿਰੋਜ਼ ਸੀ ਉਹਦੀ ਵੀ ਮੇਲ ਈਗੋ ਹਰਟ ਹੋਈ ਅਤੇ ਚਾਲੀਸਾ ਦੀ ਵੀ ਮੇਲ ਈਗੋ ਹਰਟ ਹੋਈ।
ਤਾਂ ਜਦੋਂ ਇਹ ਹਰਟ ਹੋਈ ਤਾਂ ਰਜ਼ੀਆ ਸੁਲਤਾਨ ਨੇ ਇਹਨਾਂ ਨੂੰ ਹੋਰ ਹਰਟ ਕੀਤਾ। ਉਹ ਕਿਵੇਂ? ਕਿਉਂਕਿ ਔਰਤਾਂ ਉਸ ਟਾਈਮ 'ਤੇ ਬੁਰਕੇ ਪਾ ਕੇ ਰੱਖਦੀਆਂ ਸੀ, ਜਿਹੜੀਆਂ ਮੁਸਲਿਮ ਔਰਤਾਂ ਸੀ, ਬਟ ਇਹਨੇ ਇਹ ਚੀਜ਼ਾਂ ਨੂੰ ਡਿਨਾਈ ਕਰਤਾ। ਠੀਕ ਹੈ ਜੀ। ਤਾਂ ਸ਼ੀ ਇੰਟਰੋਡਿਊਸ ਵੈਸਟਰਨ ਕਲਚਰ। ਤਾਂ ਇਹ ਕਹਿੰਦੀ ਵੀ ਮੈਂ ਬੁਰਕਾ ਪਾ ਕੇ ਨਹੀਂ ਰਹਿਣਾ, ਠੀਕ ਹੈ ਜੀ, ਮੈਂ ਵੈਸਟਰਨ ਕਲਚਰ ਦੇ ਵਿੱਚ ਰਹਿਣਾ ਕਿਉਂਕਿ ਮੈਂ ਮਹਾਰਾਣੀ ਆ। ਤਾਂ ਇਹਨੇ ਦੋ ਚੀਜ਼ਾਂ ਇੰਟਰੋਡਿਊਸ ਕੀਤੀਆਂ, ਇੱਕ ਤਾਂ ਕੁਬਾ ਸੀ, ਠੀਕ ਹੈ ਜੀ, ਇੱਕ ਸੀਗੀ ਕੁਲਾ। ਇਹ ਯਾਦ ਰੱਖਿਓ ਤੁਸੀਂ, ਕੁਬਾ ਅਤੇ ਕੁਲਾ। ਕੁਬਾ ਮਤਲਬ, ਕੁਬਾ ਦਾ ਮਤਲਬ ਹੈਗਾ ਕੈਪ, ਠੀਕ ਹੈ ਜੀ। ਕੁਬਾ ਹੁੰਦੀ ਹੈਗੀ ਕੈਪ। ਕੈਪ ਮਤਲਬ ਜਿਹੜੀ ਆਪਾਂ ਕਹਿੰਦੇ ਕਿ ਵੈਸਟਰਨ ਕੈਪ ਆਉਂਦੀ ਹੈ, ਤਾਂ ਵੈਸਟਰਨ ਕੈਪ ਇਹਨੇ ਐਕਸੈਪਟ ਕੀਤੀ, ਕੁਬਾ ਇਹਨੇ ਐਕਸੈਪਟ ਕੀਤੀ। ਕੁਲਾ ਹੁੰਦਾ ਹੈਗਾ ਬਲੇਜ਼ਰ, ਠੀਕ ਹੈ ਜੀ। ਤਾਂ ਬਲੇਜ਼ਰ ਇਹਨੇ ਪਾਇਆ। ਬਲੇਜ਼ਰ ਮਤਲਬ ਇੱਕ ਪ੍ਰੋਪਰ ਲੌਂਗ ਬਲੇਜ਼ਰ ਆਪਾਂ ਕਹਿ ਸਕਦੇ ਹਾਂ। ਤਾਂ ਲੌਂਗ ਬਲੇਜ਼ਰ ਇਹਨੇ ਪਾਇਆ ਅਤੇ ਕੁਬਾ ਹੁੰਦੀ ਹੈ ਕੈਪ। ਤਾਂ ਇੱਕ ਇਹਨੇ ਵੈਸਟਰਨ ਕੈਪ ਆਪਣੇ ਸਿਰ ਦੇ ਉੱਤੇ ਪਹਿਨੀ। ਇਹ ਕਹਿੰਦੀ ਵੀ ਮੈਂ ਜਿਹੜਾ ਆਪਣਾ ਬੁਰਕਾ ਵਗੈਰਾ ਪਾਉਣਾ ਹੈਗਾ ਉਹ ਵੀ ਮੈਂ ਨਹੀਂ ਪਾਉਣਾ। ਤਾਂ ਇਹਨੇ ਉਹ ਡਿਨਾਈ ਕਰਤਾ ਪ੍ਰੋਪਰ ਤਰੀਕੇ ਨਾਲ। ਤਾਂ ਇਹਨੇ ਵੈਸਟਰਨ ਕਲਚਰ ਆ ਜਿਹੜਾ ਉਹ ਕੁਬਾ ਅਤੇ ਕੁਲਾ ਦੀ ਜਿਹੜੀ ਉਹ ਸਥਾਪਨਾ ਕੀਤੀ। ਤਾਂ ਕਈ ਵਾਰੀ ਇਹ ਪੁੱਛ ਲੈਂਦੇ ਕਿ ਕੁਬਾ ਅਤੇ ਕੁਲਾ ਕਿਹਨੇ ਚਲਾਈ ਸੀ? ਤਾਂ ਉਹ ਚਲਾਈ ਸੀ ਆਪਣੀ ਰਜ਼ੀਆ ਸੁਲਤਾਨ ਨੇ। ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ, ਤੁਹਾਨੂੰ ਪੁੱਛਿਆ ਜਾਊਗਾ, ਠੀਕ ਹੈ ਜੀ। ਤਾਂ ਸ਼ੀ ਇੰਟਰੋਡਿਊਸ 3 ਕੁਆਇਨਸ। ਤਾਂ ਕੁਆਇਨਸ ਉਦੋਂ ਹਰੇਕ ਰਾਜਾ ਚਲਾਉਂਦਾ ਸੀ। ਕਿਉਂ ਚਲਾਉਂਦਾ ਸੀ? ਕਿ ਮਤਲਬ ਮੇਰਾ ਨਾਮ ਹੈ ਜਿਹੜਾ ਉਹ ਬਹੁਤ ਟਾਈਮ ਤੱਕ ਚੱਲੇ, ਠੀਕ ਹੈ ਜੀ, ਕੁਆਇਨਸ ਦੇ ਨਾਲ ਲੋਕ ਮੈਨੂੰ ਯਾਦ ਕਰਨ। ਤਾਂ ਇਹਨੇ 3 ਕੁਆਇਨ ਚਲਾਏ ਸੀ। ਇੱਕ ਦੇ ਉੱਤੇ ਲਿਖਿਆ ਹੋਇਆ ਸੀ ਇਲਤੁਤਮਿਸ਼ ਕੀ ਬੇਟੀ, ਦਿੱਲੀ ਕੀ ਮਹਾਰਾਣੀ ਅਤੇ ਨਿਆਏ ਕੀ ਰਾਣੀ, ਠੀਕ ਹੈ ਜੀ। ਤਾਂ ਇਹ 3 ਤੁਸੀਂ ਯਾਦ ਰੱਖਿਓ, ਕਈ ਵਾਰੀ ਪੁੱਛੇ ਜਾ ਸਕਦੇ ਆ। ਤਾਂ 3 ਕੁਆਇਨ ਇਹਨੇ ਇੰਟਰੋਡਿਊਸ ਕੀਤੇ ਸੀ ਰਜ਼ੀਆ ਸੁਲਤਾਨ ਨੇ। ਤਾਂ ਸ਼ੀ ਵਾਜ਼ ਅਸੈਸੀਨੇਟਡ ਬਾਏ ਅਲਤੂਨੀਆ, ਪਲੱਸ ਇਹਦਾ ਬ੍ਰਦਰ ਵੀ ਸੀ, ਠੀਕ ਹੈ ਜੀ, ਜਿਹਨੂੰ ਆਪਾਂ ਕਹਿੰਦੇ ਰੁਕਨੁਦੀਨ ਫਿਰੋਜ਼, ਠੀਕ ਹੈ ਜੀ। ਤਾਂ ਰੁਕਨੁਦੀਨ ਵੀ ਇਹਦੇ ਨਾਲ ਸੀਗਾ, ਅਲਤੂਨੀਆ ਦੇ ਨਾਲ, ਕਿਉਂਕਿ ਇਹ ਬੰਦੇ ਦੀ ਵੀ ਮਤਲਬ ਇਹਦਾ ਬੇਸ਼ੱਕ ਇਹਦਾ ਬ੍ਰਦਰ ਸੀ, ਬਟ ਉਸ ਟਾਈਮ 'ਤੇ ਜਿਹੜੀ ਰਾਜੇ ਮਹਾਰਾਜੇ ਬਣਨ ਦਾ ਜ਼ਿਆਦਾ ਟਰੈਂਡ ਸੀਗਾ। ਤਾਂ ਇਹ ਚੀਜ਼ ਨੂੰ ਉਹ ਪਹਿਲਾਂ ਪਹਿਲ ਦਿੰਦੇ ਸੀ, ਠੀਕ ਹੈ ਜੀ, ਆਪਣੇ ਰਿਸ਼ਤੇ ਨਾਲੋਂ ਇਹ ਚੀਜ਼ ਨੂੰ ਪਹਿਲਾਂ ਪਹਿਲ ਦਿੰਦੇ ਸੀ। ਰੁਕਨੁਦੀਨ ਫਿਰੋਜ਼, ਅਲਤੂਨੀਆ, ਇਹਨਾਂ ਦੀ ਕੌਂਸਪੀਰੇਸੀ ਨਾਲ ਇਹਨੂੰ ਮਤਲਬ ਮਾਰ ਦਿੱਤਾ ਗਿਆ, ਠੀਕ ਹੈ ਜੀ। ਬਠਿੰਡੇ ਜਿਹੜਾ ਆਪਣਾ ਬਠਿੰਡਾ ਦੇ ਵਿੱਚ ਕਿਲ੍ਹਾ ਬਣਿਆ ਹੋਇਆ ਹੈਗਾ, ਅਲਤੂਨੀਆ ਦਾ ਕਿਲ੍ਹਾ ਬਣਿਆ, ਉੱਥੇ ਇਹਨੂੰ ਕੈਦ ਵੀ ਰੱਖਿਆ ਗਿਆ ਸੀ ਰਜ਼ੀਆ ਸੁਲਤਾਨ ਨੂੰ, ਠੀਕ ਹੈ ਜੀ। ਤਾਂ ਇਹ ਤੁਸੀਂ ਯਾਦ ਰੱਖਣਾ। ਤਾਂ ਅਲਤੂਨੀਆ ਅਤੇ ਇਹਦਾ ਬ੍ਰਦਰ ਸੀ ਜਿਹੜਾ ਰੁਕਨੁਦੀਨ ਫਿਰੋਜ਼, ਤਾਂ ਇਹਨਾਂ ਦੀ ਕੌਂਸਪੀਰੇਸੀ ਦੇ ਨਾਲ ਇਹਦਾ ਜਿਹੜਾ ਉਹ ਇਹਨੂੰ ਮੌਤ ਦੇ ਘਾਟ ਉਤਾਰਤਾ ਸੀ। ਤਾਂ ਕੁਛ ਇਹਦੇ ਵਿੱਚ ਚਾਲੀਸਾ ਦਾ ਬਹੁਤ ਵੱਡਾ ਹੱਥ ਸੀ, ਜਿਹੜਾ ਚਾਲੀਸਾ ਬਣਾਇਆ ਹੋਇਆ ਸੀ। ਤਾਂ ਉਹ ਕਿਉਂਕਿ ਉਹਨਾਂ ਦੇ ਵਿੱਚ ਇਹ ਚੀਜ਼ ਸੀ ਕਿ ਇੱਕ ਮੇਲ ਬਣਨਾ ਚਾਹੀਦਾ ਰਾਜਾ, ਠੀਕ ਹੈ, ਫੀਮੇਲ ਕਦੇ ਵੀ ਨਹੀਂ ਬਣਨੀ ਚਾਹੀਦੀ, ਤਾਂ ਕਰਕੇ, ਠੀਕ ਹੈ ਜੀ। ਤਾਂ ਜਿਹੜਾ ਇਹਦਾ ਲਾਸਟ ਕਿੰਗ ਹੈ ਉਹ ਹੈ ਗਿਆਸੁਦੀਨ ਬਲਬਨ, ਠੀਕ ਹੈ ਜੀ। ਅਤੇ ਇਹ ਬੰਦਾ ਵੀ ਚਾਲੀਸਾ ਦਾ ਮੈਂਬਰ ਸੀ। ਪਹਿਲੀ ਗੱਲ ਤਾਂ ਤੁਸੀਂ ਇਹ ਯਾਦ ਰੱਖਿਓ, ਚਾਲੀਸਾ ਦੇ ਵਿੱਚੋਂ ਹੀ ਸੀ ਇਹ ਬਲਬਨ ਸੀ ਜਿਹੜਾ, ਕਿਉਂਕਿ ਇਸ ਤੋਂ ਬਾਅਦ ਜਿਹੜੇ ਰਾਜੇ ਆਏ, ਠੀਕ ਹੈ ਜੀ, ਜਿੰਨੇ ਵੀ ਆਪਾਂ ਪੜ੍ਹ ਕੇ ਆਏ ਰਜ਼ੀਆ ਸੁਲਤਾਨ ਤੋਂ ਬੈਕ ਟੂ ਬੈਕ ਆਈ ਗਏ, ਬਟ ਉਹ ਬੰਦੇ, ਇੱਕ ਬੰਦਾ ਜਦੋਂ ਗੱਦੀ 'ਤੇ ਬੈਠਦਾ ਸੀ ਦੂਸਰਾ ਉਹਨੂੰ ਮਾਰ ਦਿੰਦਾ ਸੀ, ਫਿਰ ਉਹ ਦੂਸਰਾ ਬੰਦਾ ਬੈਠਦਾ ਸੀ, ਫਿਰ ਤੀਸਰਾ ਮਾਰ ਦਿੰਦਾ ਸੀ। ਇਸ ਤਰ੍ਹਾਂ ਜਿਹਦਾ ਮਾਰਦੇ ਮਾਰਦੇ ਮਤਲਬ ਗਿਆਸੁਦੀਨ ਬਲਬਨ ਦਾ ਨੰਬਰ ਆ ਗਿਆ, ਠੀਕ ਹੈ ਜੀ। ਤਾਂ ਗਿਆਸੁਦੀਨ ਬਲਬਨ ਜਿਹੜਾ ਇਹ ਬੰਦਾ ਬਹੁਤ ਕੈਪੇਬਲ ਰੂਲਰ ਸੀ, ਠੀਕ ਹੈ ਜੀ। ਇਹਦੇ ਵਿੱਚ ਮਤਲਬ ਉਹ ਕੁਆਲਿਟੀ ਹੈਗੀ ਸੀ ਰਾਜਾ ਬਣਨ ਦੀ। ਤਾਂ ਬਲਬਨ ਵੀ ਚਾਲੀਸਾ ਦਾ ਬੰਦਾ ਸੀ। ਜਦੋਂ ਬਲਬਨ ਨੇ ਇਸ ਤੋਂ ਪ੍ਰੀਵੀਅਸ ਰਾਜੇ ਨੂੰ ਮਾਰ ਕੇ ਇਹ ਚਾਲੀਸਾ ਦਾ ਜਿਹੜਾ ਗਰੁੱਪ ਦਾ ਮੈਂਬਰ ਸੀ, ਤਾਂ ਜਦੋਂ ਇਸ ਤੋਂ ਜਿਹੜਾ ਇਹ ਤੋਂ ਪਹਿਲਾਂ ਰਾਜਾ ਬੈਠਾ ਸੀ ਉਹਨੂੰ ਮਾਰ ਕੇ ਬਲਬਨ ਗੱਦੀ 'ਤੇ ਬੈਠ ਗਿਆ, ਠੀਕ ਹੈ ਜੀ। ਤਾਂ ਸਭ ਤੋਂ ਪਹਿਲਾਂ ਇਹਨੇ ਜਿਹੜਾ ਪਹਿਲਾ ਪੁਆਇੰਟ ਹੈ, ਹੀ ਵਾਜ਼ ਬਿਲੋਂਗ ਟੂ ਚਾਲੀਸਾ, ਚਾਲੀਸਾ ਦਾ ਮੈਂਬਰ ਸੀ, ਐਂਡ ਹੀ ਡਿਸਟਰੋਇਡ ਚਾਲੀਸਾ। ਸਭ ਤੋਂ ਪਹਿਲਾ ਕੰਮ ਇਹਨੇ ਇਹੀ ਕੀਤਾ ਕਿ ਜਿਹੜਾ ਚਾਲੀਸਾ ਇਹਨਾਂ ਨੇ ਬਣਾਇਆ ਹੋਇਆ ਸੀ ਆਪਣਾ ਇਲਤੁਤਮਿਸ਼ ਨੇ, ਇਹਨੂੰ ਪ੍ਰੋਪਰ ਤਰੀਕੇ ਨਾਲ ਇਹਨੇ ਡਿਸਟਰੋਏ ਕਰਤਾ। ਉਹ ਕਿਉਂ ਕਰਤਾ? ਕਿਉਂਕਿ ਡਰ ਸੀ ਇਹਨੂੰ ਕਿ ਜੇ ਮੈਂ ਇਹਨੂੰ ਡਿਸਟਰੋਏ ਨਹੀਂ ਕਰੂੰਗਾ ਤਾਂ ਮੈਨੂੰ ਮਾਰ ਕੇ ਕੋਈ ਹੋਰ ਗੱਦੀ 'ਤੇ ਬੈਠ ਜਾਊਗਾ, ਠੀਕ ਹੈ ਜੀ। ਕਿ ਸਭ ਤੋਂ ਪਹਿਲਾਂ ਆਪਣੇ ਪੈਰਾਂ ਦੇ ਵਿੱਚ ਜਿਹੜੇ ਕੰਡੇ ਆ ਇਹਨਾਂ ਨੂੰ ਪਹਿਲਾਂ ਸਾਫ਼ ਕਰੋ। ਤਾਂ ਚਾਲੀਸਾ ਜਿਹੜਾ ਪ੍ਰੋਪਰ ਤਰੀਕੇ ਨਾਲ ਇਹਨੇ ਚਾਲੀਸਾ ਅਬੋਲਿਸ਼ ਹੀ ਕਰਤਾ, ਖਤਮ ਕਰਤਾ, ਡਿਸਟਰੋਏ ਕਰਤਾ, ਠੀਕ ਹੈ ਜੀ। ਤਾਂ ਚਾਲੀਸਾ ਮਤਲਬ ਇਹਨੇ ਆਪਦੇ ਸਿਰ ਤੋਂ ਇੱਕ ਖਤਰਾ ਹਟਾ ਲਿਆ। ਇਸ ਤੋਂ ਬਾਅਦ ਜਦੋਂ ਇਹ ਬੰਦਾ ਸੜਕ ਦੇ ਉੱਤੇ ਨਿਕਲਿਆ, ਮਤਲਬ ਸੁਲਤਾਨ ਦੇ ਰੂਪ ਦੇ ਵਿੱਚ, ਠੀਕ ਹੈ ਜੀ, ਤਾਂ ਲੋਕਾਂ ਨੇ ਇਹਨੂੰ ਐਕਸੈਪਟ ਹੀ ਨਹੀਂ ਕੀਤਾ। ਲੋਕ ਮਤਲਬ ਇਹਦੇ ਵੱਲ ਹੱਸ ਰਹੇ ਸੀ ਕਿ ਸੁਲਤਾਨ ਮਤਲਬ ਕੌਣ ਸੁਲਤਾਨ, ਕਿਉਂਕਿ ਇਸ ਤੋਂ ਪਹਿਲਾਂ ਜਿਹੜੇ ਰਾਜੇ ਆਏ ਸੀ ਉਹ ਹਾਸੇ ਮਜ਼ਾਕ ਦਾ ਪਾਤਰ ਬਣੇ ਸੀ, ਕਿਉਂਕਿ ਉਹ ਇੱਕ ਦੂਸਰੇ ਨੂੰ ਮਾਰ ਕੇ ਗੱਦੀ 'ਤੇ ਬੈਠ ਰਹੇ ਸੀ। ਅਤੇ ਲੋਕਾਂ ਦੇ ਵਿੱਚ ਸੁਲਤਾਨ ਵਾਲਾ ਤਾਂ ਡਰ ਜਿਹੜਾ ਉਹ ਖਤਮ ਹੀ ਹੋ ਗਿਆ ਸੀਗਾ ਕਿ ਇਹ ਬੰਦੇ ਤਾਂ ਮਤਲਬ ਇੱਕ ਹੱਸਣ ਵਾਸਤੇ ਨੇ, ਠੀਕ ਹੈ ਜੀ। ਤਾਂ ਹੱਸਣ ਦੇ ਲਈ ਨੇ ਇਹ ਕਿ ਇੱਕ ਦੂਸਰੇ ਨੂੰ ਮਾਰ ਕੇ ਗੱਦੀ 'ਤੇ ਬੈਠ ਰਹੇ ਨੇ, ਲੋਕ ਇਹਨਾਂ ਦਾ ਮਜ਼ਾਕ ਉਡਾ ਰਹੇ ਸੀ। ਤਾਂ ਬਲਬਨ ਦੇ ਨਾਲ ਇੱਦਾਂ ਹੀ ਹੋਇਆ, ਜਦੋਂ ਇਹ ਗੱਦੀ 'ਤੇ ਬੈਠਿਆ ਅਤੇ ਜਦੋਂ ਇਹ ਰਾਜੇ ਦੇ ਰੂਪ ਦੇ ਵਿੱਚ ਲੋਕਾਂ ਦੇ ਵਿੱਚ ਨਿਕਲਿਆ ਬਾਜ਼ਾਰਾਂ ਦੇ ਵਿੱਚ, ਤਾਂ ਲੋਕ ਇਹ 'ਤੇ ਹੱਸ ਰਹੇ ਸੀ, ਠੀਕ ਹੈ ਜੀ। ਤਾਂ ਬਲਬਨ ਨੂੰ ਇਹ ਗੱਲ ਚੰਗੀ ਨਾ ਲੱਗੀ, ਠੀਕ ਹੈ ਜੀ। ਤਾਂ ਇਸ ਤੋਂ ਬਾਅਦ ਇਹਨੇ ਕੀ ਕੀਤਾ? ਹੀ ਵਾਜ਼ ਇੰਟਰੋਡਿਊਸਡ ਪਰਜ਼ੀਅਨ ਕਲਚਰ ਇਨ ਹਿਜ਼ ਕੋਰਟ। ਤਾਂ ਇਹਨੇ ਬਹੁਤ ਸਖਤਾਈ ਕਰਤੀ ਆਪਦੇ ਕੋਰਟ ਦੇ ਵਿੱਚ, ਪਰਜ਼ੀਅਨ ਕਲਚਰ ਨੂੰ ਲਾਂਚ ਕਰਤਾ। ਇਸ ਤੋਂ ਬਾਅਦ ਹੀ ਇੰਟਰੋਡਿਊਸ ਸਿਜਦਾ ਅਤੇ
ਪਾਇਬੋਸ। ਠੀਕ ਹੈ ਜੀ, ਸਿਜਦਾ ਤੇ ਪਾਇਬੋਸ ਇਹਦੇ ਵਿੱਚੋਂ ਤੁਹਾਨੂੰ ਕੁਐਸਚਨ 100% ਆਉਣ ਦੀ ਸੰਭਾਵਨਾ ਬਹੁਤ ਵਾਰ ਪੁੱਛਿਆ ਗਿਆ ਇਹ। ਠੀਕ ਹੈ ਜੀ, ਸਿਜਦਾ ਤੇ ਪਾਇਬੋਸ ਦਾ ਕੀ ਮਤਲਬ ਹੈ? ਸਿਜਦਾ ਕਰਨਾ ਮਤਲਬ ਜਦੋਂ ਆਪਾਂ ਕਿਸੇ ਨੂੰ ਮਿਲਦੇ ਹਾਂ ਤਾਂ ਉਹਨੂੰ ਆਪਾਂ ਦੰਡਵਤ ਪ੍ਰਣਾਮ ਕਰਦੇ ਹਾਂ। ਠੀਕ ਹੈ ਜੀ, ਤਾਂ ਪਾਇਬੋਸ ਹੁੰਦਾ ਪੈਰੀਂ ਪੈਣਾ, ਪੈਰਾਂ ਨੂੰ ਚੁੰਮਣਾ। ਠੀਕ ਹੈ ਜੀ, ਤਾਂ ਇਹ ਕਹਿੰਦਾ ਵੀ ਜਦੋਂ ਵੀ ਤੁਸੀਂ ਮੈਨੂੰ ਮਿਲਣਾ ਸਭ ਤੋਂ ਪਹਿਲਾਂ ਤਾਂ ਮੈਨੂੰ ਸਿਜਦਾ ਕਰਨਾ, ਉਸ ਤੋਂ ਬਾਅਦ ਮੇਰੇ ਪੈਰਾਂ ਨੂੰ ਹੱਥ ਲਾਉਣਾ, ਪੈਰਾਂ ਨੂੰ ਚੁੰਮਣਾ, ਫਿਰ ਮੈਂ ਤੁਹਾਨੂੰ ਮਿਲੂੰਗਾ। ਠੀਕ ਹੈ ਜੀ, ਇਹ ਕਿਉਂ ਕੀਤਾ? ਕਿਉਂਕਿ ਇਹ ਬੰਦੇ ਦੇ ਮਨ ਦੇ ਵਿੱਚ ਇਹ ਚੀਜ਼ ਆ ਗਈ ਕਿ ਇਹ ਕੁਛ ਮੈਨੂੰ ਸਮਝ ਹੀ ਨਹੀਂ ਰਹੇ, ਸੁਲਤਾਨ ਹੀ ਨਹੀਂ ਸਮਝ ਰਹੇ, ਕਿਉਂਕਿ ਇਸ ਤੋਂ ਪਹਿਲਾਂ ਜਿਹੜੇ ਰਾਜੇ ਆਏ ਸੀ ਉਹਨਾਂ ਨੇ ਬਹੁਤ ਬੁਰਾ ਹਾਲ ਕਰਤਾ ਸੀ ਸੁਲਤਾਨ ਦਾ। ਠੀਕ ਹੈ ਜੀ, ਤਾਂ ਇਸ ਤੋਂ ਬਾਅਦ ਲੋਕਾਂ ਦੇ ਵਿੱਚ ਇਹਦਾ ਖੌਫ ਹੈ ਜਿਹੜਾ ਉਹ ਪੈਦਾ ਹੋਣ ਲੱਗ ਗਿਆ ਬਲਬਨ ਦਾ। ਹੀ ਇੰਟਰੋਡਿਊਸ ਬਲੱਡ ਐਂਡ ਆਇਰਨ ਪੋਲਿਸੀ। ਠੀਕ ਹੈ ਜੀ, ਲੌਹ ਅਤੇ ਰਕਤ ਦੀ ਨੀਤੀ ਜਿਹਨੂੰ ਆਪਾਂ ਕਹਿੰਦੇ ਹਾਂ, ਤਾਂ ਇਹ ਬਹੁਤ ਵਾਰ ਕੁਐਸਚਨ ਆਇਆ ਹੋਇਆ, ਤੁਸੀਂ ਖੁਦ ਵੀ ਦੇਖਿਆ ਹੋਊ ਪੇਪਰਾਂ ਦੇ ਵਿੱਚ, ਇੱਥੋਂ ਕੁਐਸਚਨ ਆਉਂਦਾ। ਤਾਂ ਬਲੱਡ ਅਤੇ ਆਇਰਨ ਦੀ ਜਿਹੜੀ ਪੋਲਿਸੀ ਅਪਣਾਈ ਉਹ ਕਿਹਨੇ ਅਪਣਾਈ ਸੀ? ਬਲਬਨ ਨੇ। ਠੀਕ ਹੈ ਜੀ, ਬਲਬਨ ਨੇ ਜਿਹੜੀ ਉਹ ਬਲੱਡ ਅਤੇ ਆਇਰਨ ਦੀ ਪੋਲਿਸੀ ਅਪਣਾਈ ਸੀ, ਤਾਂ ਇਹ ਕੁਐਸਚਨ ਬਹੁਤ ਵਾਰ ਆਇਆ। ਹੀ ਆਲਸੋ ਇੰਟਰੋਡਿਊਸ ਨੌਰੋਜ਼ ਫੈਸਟੀਵਲ। ਇਹ ਫੈਸਟੀਵਲ ਦੇ ਉੱਤੋਂ ਵੀ ਤੁਹਾਨੂੰ ਕੁਐਸਚਨ ਪੁੱਛਿਆ ਜਾਊ। ਨੌਰੋਜ਼ ਫੈਸਟੀਵਲ ਇਹਨੇ ਸਟਾਰਟ ਕੀਤਾ ਸੀ ਬਲਬਨ ਨੇ। ਠੀਕ ਹੈ ਜੀ, ਤਾਂ ਜਿਹੜਾ ਅੱਜ ਦੇ ਸੈਸ਼ਨ ਦਾ ਜਿਹੜਾ ਆਪਣਾ ਲਾਸਟ ਪੁਆਇੰਟ ਹੈ ਉਹ ਹੈ ਹੀ ਡਾਈਡ ਇਨ 1287, 1287 ਦੇ ਵਿੱਚ ਇਹਦੀ ਮੌਤ ਹੋ ਗਈ ਸੀ। ਠੀਕ ਹੈ ਜੀ, ਇਸ ਤੋਂ ਬਾਅਦ ਦੋ ਬੰਦੇ ਆਏ ਸੀ, ਕੈਕੋਬਾਦ ਅਤੇ ਕੈਮੁਰਸ਼। ਉਹ ਬੰਦੇ ਇਨਕੈਪੇਬਲ ਸੀ। ਠੀਕ ਹੈ ਜੀ, ਤਾਂ ਉਹ ਬੰਦੇ ਬਿਲਕੁਲ ਮਤਲਬ ਉਹ ਰੂਲਰ ਬਣਨ ਦੇ ਲਾਇਕ ਹੀ ਨਹੀਂ ਸੀ। ਠੀਕ ਹੈ ਜੀ, ਤਾਂ ਕਰਕੇ ਇਸ ਤੋਂ ਬਾਅਦ ਇਹ ਡਾਇਨੈਸਟੀ ਦਾ ਖਾਤਮਾ ਹੋ ਗਿਆ। ਤਾਂ ਬਲਬਨ ਦੇ ਵਿੱਚ ਕੈਪੇਬਲ ਹੈਗਾ ਸੀ ਬੰਦਾ ਇਹ। ਤਾਂ ਨੌਰੋਜ਼ ਫੈਸਟੀਵਲ, ਬਲੱਡ ਐਂਡ ਆਇਰਨ ਪੋਲਿਸੀ, ਸਿਜਦਾ ਤੇ ਪਾਇਬੋਸ, ਇਹ ਤੁਸੀਂ ਸਾਰੇ ਪੁਆਇੰਟ ਇਹਦੇ ਲਈ ਯਾਦ ਰੱਖਣੇ ਆ। ਠੀਕ ਹੈ ਜੀ, ਤਾਂ ਇਹ ਤੁਹਾਨੂੰ ਪੁੱਛੇ ਜਾਣਗੇ। ਤਾਂ ਬਹੁਤ ਕੱਟੜ ਬੰਦਾ ਸੀ ਬਲਬਨ। ਤਾਂ ਇੱਥੇ ਜਿਹੜੀ ਆਪਣੀ ਇਹ ਸਲੇਵ ਡਾਇਨੈਸਟੀ ਦਾ ਆਪਾਂ ਇੱਥੇ ਐਂਡ ਕਰਦੇ ਹਾਂ, ਕਿਉਂਕਿ ਇਹ 4 ਬੰਦੇ ਇਹਦੇ ਵਿੱਚੋਂ ਪੜ੍ਹਨ ਵਾਲੇ ਨੇ, ਇੰਪੋਰਟੈਂਟ ਨੇ। ਠੀਕ ਹੈ ਜੀ, ਇੱਥੋਂ ਤੁਹਾਨੂੰ ਕੁਐਸਚਨ ਪੁੱਛਿਆ ਜਾਊਗਾ। ਇਸ ਤੋਂ ਬਾਅਦ ਜਿੰਨੀਆਂ ਵੀ ਡਾਇਨੈਸਟੀਜ਼ ਆਉਣਗੀਆਂ ਉਹਨਾਂ ਬਾਰੇ ਆਪਾਂ ਪੂਰੇ ਡਿਟੇਲ ਦੇ ਵਿੱਚ ਇੱਕ ਇੱਕ ਰਾਜੇ ਬਾਰੇ ਆਪਾਂ ਪੜ੍ਹਨਾ, ਜਿੱਥੋਂ ਕੁਐਸਚਨ ਤੁਹਾਨੂੰ ਪੁੱਛਿਆ ਜਾਂਦਾ। ਅਤੇ ਐਂਡ ਤੱਕ ਆਪਾਂ ਹਿਸਟਰੀ ਦੇ ਪਹੁੰਚਣਾ। ਅਤੇ ਇਸ ਤੋਂ ਬਾਅਦ ਤੁਹਾਡਾ SST ਦਾ ਆਪਾਂ ਪੋਲਿਟੀ ਸਟਾਰਟ ਕਰਾਂਗੇ, ਫਿਰ ਆਪਾਂ ਜੋਗਰਾਫੀ ਕਰਾਂਗੇ। ਠੀਕ ਹੈ ਜੀ, ਤਾਂ ਜੇ ਤੁਸੀਂ SST ਮਾਸਟਰ ਕੈਡਰ ਦੇ ਵਿੱਚ ਵਧੀਆ ਸਕੋਰ ਕਰਨਾ ਚਾਹੁੰਦੇ ਹੋ ਤਾਂ ਆਪਣਾ ਇੱਕ ਵੀ ਸੈਸ਼ਨ ਤੁਸੀਂ ਮਿਸ ਨਾ ਕਰਿਓ। ਤੁਹਾਨੂੰ ਬਹੁਤ ਇਹ ਜਿਹੜਾ ਉਹ ਕੰਮ ਦੇਊਗਾ ਆਉਣ ਵਾਲੇ ਤੁਹਾਡਾ ਜਿਹੜਾ ਪੇਪਰ ਹੈ SST ਦਾ। ਠੀਕ ਹੈ ਜੀ, ਤਾਂ ਸੈਸ਼ਨ ਆਪਣੇ ਬੈਕ ਟੂ ਬੈਕ ਲਗਾਉਂਦੇ ਰਹੋ, ਤੁਹਾਨੂੰ ਬਹੁਤ ਫਾਇਦਾ ਦੇਣਗੇ। ਅਤੇ ਨੋਟਸ ਆਪਣੇ ਨਾਲ ਦੀ ਨਾਲ ਬਣਾਉਂਦੇ ਰਹੋ। ਜੇਕਰ ਤੁਹਾਨੂੰ ਵੀਡੀਓ ਚੰਗੀਆਂ ਲੱਗਦੀਆਂ ਉਹਨੂੰ ਲਾਈਕ ਕਰ ਦਿਆ ਕਰੋ, ਅੱਗੇ ਸ਼ੇਅਰ ਕਰ ਦਿਆ ਕਰੋ, ਤਾਂ ਕਿ ਕਿਸੇ ਹੋਰ ਦਾ ਵੀ ਫਾਇਦਾ ਹੋ ਸਕੇ। ਅਤੇ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਆ ਕਰੋ। ਤਾਂ ਅੱਜ ਦੀ ਵੀਡੀਓ ਤਾਂ ਆਪਾਂ ਇੱਥੇ ਹੀ ਐਂਡ ਕਰਦੇ ਹਾਂ। ਅੱਜ ਦੀ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ।